ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਕੇਂਦਰ ਨਾਲ ਰਾਜਾਂ ਦਾ GST ਦਾ ਕਾਫੀ ਰੇੜਕਾ ਚੱਲ ਰਿਹਾ ਹੈ। ਰਾਜਾਂ ਦਾ ਕਹਿਣਾ ਹੈ ਕਿ GST ਲਾ ਕੇ ਸਰਕਾਰ ਨੇ ਕੇਂਦਰ ਸਰਕਾਰ ਨੇ ਉਹਨਾਂ ਦੇ ਹੱਕਾਂ ਤੇ ਇੱਕ ਤਰ੍ਹਾਂ ਛਾਪਾ ਮਾਰਿਆ ਹੈ ਅਤੇ ਹੁਣ ਇਹ ਹੋ ਰਿਹਾ ਹੈ ਕਿ ਰਾਜਾਂ ਨੂੰ ਕੇਂਦਰ ਵੱਲੋਂ ਪੈਸਾ ਨਹੀਂ ਦਿੱਤਾ ਜਾ ਰਿਹਾ, ਜਿੰਨੀ ਕੁ ਕੰਪਨਸੇਸ਼ਨ, ਜਿੰਨੇ ਕੁ % ਹਿੱਸਾ ਵਿੱਚੋਂ GST ਦੀ ਕਲੈਕਸ਼ਨ ਵਿੱਚੋਂ ਮਿਲਣਾ ਸੀ, ਹਾਲ ਦੀ ਘੜੀ ਰਾਜਾਂ ਨੂੰ ਓਨਾ ਨਹੀਂ ਮਿਲਿਆ ਜਿੰਨੀ ਕੁ ਉਹਨਾਂ ਨੂੰ ਤਵੱਕੋ ਸੀ। ਤੇ ਇਸ ਕਰਕੇ ਰਾਜਾਂ ਵਿੱਚ ਇੱਕ ਤਰ੍ਹਾਂ ਦਾ ਵਿੱਤੀ ਸੰਕਟ ਖੜਾ ਹੋ ਰਿਹਾ ਹੈ ਤੇ ਪੰਜਾਬ ਲਈ ਵੀ ਇਹੋ ਜਿਹੇ ਹੀ ਹਾਲਾਤ ਹਨ। ਤੇ ਪਿਛਲੇ ਦਿਨਾਂ ਤੋਂ ਕੁਝ ਮੰਤਰਾਲਿਆਂ ਦੀਆਂ ਮੀਟਿੰਗਾਂ ਵਗੈਰਾ ਚੱਲ ਰਹੀਆਂ ਹਨ, ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਹਨ ਕਿ ਪੰਜਾਬ ਦੇ ਸੰਕਟ ਵੱਲ, ਪੰਜਾਬ ਦੀ ਸਿਆਸੀ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ ਅਤੇ ਕੇਂਦਰ ਇਹਦੇ ਵਿੱਚ ਇਮਦਾਦ ਕਰੇ। ਇਸ ਸੰਬੰਧੀ ਇਸ ਸਾਰੇ ਜਿਹੜਾ ਰੇੜਕਾ ਚੱਲ ਰਿਹਾ ਹੈ ਤੇ ਜਿਹੜੇ ਰਾਜਾਂ ਤੇ ਜਾਂ ਦੇ ਅਧਿਕਾਰਾਂ ਤੇ ਇਹ ਛਾਪਾ ਕਿਹਾ ਜਾ ਰਿਹਾ ਹੈ ਜਾਂ ਰਾਜਾਂ ਨੂੰ ਵਿੱਤੀ ਸੰਕਟ ਨਾਲ ਜੂਝਣਾ ਪੈ ਰਿਹਾ ਹੈ, ਇਹਦੇ ਬਾਬਤ ਅਸੀਂ ਸਾਰੀ ਗੱਲਬਾਤ ਦੇ ਨੂੰ ਸਪਸ਼ਟ ਰੂਪ ਵਿੱਚ ਜਾਣਨ ਲਈ, ਸਿੱਧੇ ਸਾਦੇ ਰੂਪ ਵਿੱਚ ਜਾਣਨ ਲਈ ਆਪਾਂ ਆਰਥਿਕਤਾ ਦੇ ਮਾਹਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਡਾਕਟਰ ਅਨੂਪਮਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਅਨੂਪਮਾ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਅਨੂਪਮਾ ਜੀ, ਸਾਨੂੰ ਇਹ ਦੱਸੋ ਕਿ ਜਿਹੜਾ ਇਹ GST ਵਾਲਾ ਰੇੜਕਾ ਕੇਂਦਰ ਤੇ ਰਾਜਾਂ ਵਿਚਾਲੇ ਚੱਲ ਰਿਹਾ ਹੈ, ਇਹ ਅਸਲ ਵਿੱਚ ਕੀ ਹੈ ਤੇ ਇਹਦਾ ਇੰਪੈਕਟ ਕੀ ਪੈ ਰਿਹਾ ਹੈ ਰਾਜਾਂ ਦੇ ਉੱਤੇ, ਵਿੱਤੀ ਉਹਨਾਂ ਦੀ ਸਥਿਤੀ ਉੱਤੇ? ਪਹਿਲਾਂ ਜੇ ਆਪਾਂ ਥੋੜਾ ਜਿਹਾ ਇਹਦੀ ਭੂਮਿਕਾ ਦੇ ਵਿੱਚ ਆਪਾਂ ਇਹ ਦੇਖੀਏ ਕਿ ਵੀ GST ਜਿਹੜਾ ਹੈਗਾ ਵੀ ਉਹ ਹੈ ਕੀ, ਤਾਂ ਆਪਾਂ ਆਮ ਸਮਝ ਵਾਸਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਪਹਿਲਾਂ ਜਿਹੜੇ ਰਾਜ ਨੇ ਉਹਨਾਂ ਦੇ ਕੁਝ ਅਖਤਿਆਰ ਸੀਗੇ ਵੀ ਜਿਵੇਂ ਉਹ ਐਂਟਰਟੇਨਮੈਂਟ ਟੈਕਸ ਹੋ ਗਿਆ ਜਾਂ ਮਤਲਬ ਸੇਲਸ ਟੈਕਸ ਹੋ ਗਏ, ਕੁਝ ਇਹੋ ਜਿਹੇ ਕਰ ਸੀਗੇ ਮਤਲਬ ਜਿਨ੍ਹਾਂ ਨੂੰ ਕਿ ਉਹ ਆਪ ਕੋਈ 17 ਗਿਣਤੀ ਦੇ ਵਿੱਚ 17 ਕਰ ਸੀਗੇ ਜਿਨ੍ਹਾਂ ਨੂੰ ਕਿ ਰਾਜਾਂ ਤੇ ਕੇਂਦਰ ਨੇ ਜਿਹੜੇ ਹੈਗੇ ਉਹ ਆਪਣੇ ਤੌਰ ਦੇ ਉੱਤੇ ਲਗਾ ਸਕਦੇ ਸੀਗੇ। ਪਰ ਅਸੀਂ ਉਹ ਵਨ ਨੇਸ਼ਨ ਇੱਕ ਵਨ ਨੇਸ਼ਨ ਵਨ ਟੈਕਸ ਦੇ ਉਹਦੇ ਤੇ ਵਨ ਮਾਰਕੀਟ ਦਾ ਜਿਹੜਾ ਇੱਕ ਸਿਧਾਂਤ ਹੈ ਜਿਹੜਾ ਉਹਨੂੰ ਅਸੀਂ ਫੋਲੋ ਕਰਨਾ ਸ਼ੁਰੂ ਕੀਤਾ, ਤਾਂ ਉਹਦੇ ਉੱਤੇ ਉਹਦੇ ਤਹਿਤ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ 2017 ਵਿੱਚ, ਜੁਲਾਈ 2017 ਦੇ ਵਿੱਚ ਆਪਣੇ ਡੀਮੋਨੇਟਾਈਜੇਸ਼ਨ ਦੇ ਤੋਂ ਅਗਲਾ ਜਿਹੜਾ ਸਾਲ ਸੀਗਾ, ਤਾਂ ਜੁਲਾਈ 2017 ਵਿੱਚ ਇਹ GST ਆ ਜਿਹੜਾ ਇਹ ਪੂਰੇ ਦੇਸ਼ ਦੇ ਵਿੱਚ ਉਹਨੂੰ ਰੋਲ ਆਊਟ ਕੀਤਾ। ਤਾਂ ਉਹਦੇ ਨਾਲ ਰਾਜਾਂ ਹੈਗੇ ਆ 9 ਕਰ ਨੇ ਜਿਹੜੇ ਉਹ ਇਹਦੇ ਵਿੱਚ ਇਸ GST ਦੇ ਵਿੱਚ ਹੀ ਰਲ ਗਏ। ਤਾਂ ਅਸੀਂ ਇੱਕੋ ਕਰ ਲਗਾ ਵਿੱਚ ਕਿ 9 ਕਰ ਰਲ ਗਏ ਹੋਏ ਨੇ, ਤਾਂ ਉਹਦੇ ਨਾਲ ਕੋਈ ਸਮਝ ਲਓ ਕਿ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ 52% ਹਿੱਸਾ ਜਿਹੜਾ ਰਾਜਾਂ ਦੇ ਕਰਾਂ ਦਾ ਸੀਗਾ ਉਹ ਇਸ GST ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ, ਜਿਹਦੇ ਵਿੱਚ ਕਿ ਹੁਣ ਜਿਹੜੀਆਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਸਾਨੂੰ ਉਹਦੇ ਵਿੱਚੋਂ ਸਾਡਾ ਆਪਣਾ ਹਿੱਸਾ ਮਿਲਦਾ, ਅਸੀਂ ਸਿੱਧਾ ਇਹਦੇ ਉੱਤੇ ਸਾਡਾ ਇਖਤਿਆਰ ਨਹੀਂ ਰਿਹਾ ਜੀ। ਤੇ ਇਹਦਾ ਮਤਲਬ ਜੋ ਰਾਜ ਦਾ ਮਤਲਬ ਠੀਕ ਹੀ ਕਹਿ ਰਹੇ ਨੇ ਜਿਹੜੇ ਸੂਬਾ ਸਰਕਾਰਾਂ ਨੇ, ਉਹ ਸਹੀ ਰੋਸਾ ਕਰ ਰਹੀਆਂ ਨੇ ਕਿ ਇਸ ਤਰ੍ਹਾਂ ਕੇਂਦਰ ਨੇ ਇੱਕ ਤਰ੍ਹਾਂ ਉਹਨਾਂ ਦੇ ਹੱਕਾਂ ਤੇ ਛਾਪਾ ਮਾਰਿਆ, ਇੱਕ ਕਬਜ਼ਾ ਕਰ ਲਿਆ, ਉਹਨਾਂ ਦੇ ਹੱਕ ਖੋਹ ਲਏ ਨੇ, ਤੇ ਇਸ ਤਰ੍ਹਾਂ ਰਾਜਾਂ ਨੂੰ ਇੱਕ ਤਰ੍ਹਾਂ ਦਾ ਵਿੱਤੀ ਸੰਕਟ, ਉਹਨਾਂ ਦੀ ਜਿਹੜੀ ਇੱਕ ਆਮਦਨ ਹੁੰਦੀ ਸੀ ਉਹ ਚਲੀ ਗਈ। ਤੇ ਇਹਦਾ ਹੁਣ ਕੇਂਦਰ ਰਾਜਾਂ ਨੂੰ ਇਹ ਕਹਿ ਰਿਹਾ, ਜਿਹੋ ਜਿਹੀ ਸਥਿਤੀ ਕੇਂਦਰ ਦੀ ਵੀ ਹੋ ਰਹੀ ਹੈ ਵਿੱਤੀ ਪੱਖੋਂ, ਜਿਸ ਤਰ੍ਹਾਂ ਸਾਡੀ GDP ਬਿਲਕੁਲ ਹੀ ਸੁੰਗੜ ਗਈ ਹੈ, ਮੰਨਫੀ ਵਿੱਚ ਚਲੀ ਗਈ ਹੈ ਤੇ ਹਾਲਾਤ ਬਹੁਤ ਖਰਾਬ ਹੋ ਰਹੇ ਨੇ, ਤੇ ਰਾਜਾਂ ਨੂੰ ਉਹਦੇ ਵਿੱਚੋਂ ਹਿੱਸਾ ਨਹੀਂ ਮਿਲ ਰਿਹਾ। ਖਾਸ ਕਰਕੇ ਜਿੱਥੇ BJP ਦੀਆਂ, ਜਿਹੜੇ ਸੂਬਿਆਂ ਵਿੱਚ BJP ਦੀਆਂ ਸਰਕਾਰਾਂ ਨਹੀਂ ਹਨ, ਉਹਨਾਂ ਸੂਬਿਆਂ ਵਿੱਚ ਜ਼ਿਆਦਾ ਰੋਸਾ ਹੈ। ਜਾਂ ਆਪਾਂ ਪੰਜਾਬ ਨੂੰ ਹੀ ਲਈਏ ਤੇ ਇਸ ਤਰ੍ਹਾਂ ਰਾਜਾਂ ਦੀ ਆਮਦਨ ਘਟੀ ਹੈ। ਇਹਦੇ ਨਾਲ ਇੱਕ ਤਾਂ ਇਹ ਹੋ ਗਿਆ ਕਿ ਕੇਂਦਰੀਕਰਨ ਵੱਧ ਗਿਆ, ਜਦੋਂ ਕਿ ਹੁਣ ਤੱਕ ਬਹੁਤੀਆਂ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵਿਕੇਂਦਰੀਕਰਨ ਯਾਨੀ ਕਿ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੀਆਂ ਰਹੀਆਂ ਨੇ। ਤੇ ਇਹਦੇ ਹੋਰ ਅਰਥ ਜਿਹੜੇ ਗਹਿਰੇ ਰੂਪ ਵਿੱਚ ਇੱਕ ਆਰਥਿਕ ਮਾਹਰ ਵਜੋਂ ਅਨੂਪਮਾ ਤੁਸੀਂ ਦੱਸੋਗੇ ਕਿ ਇਹਦੇ ਹੋਰ ਅਸਰ ਕੀ ਨੇ? ਇਹ ਤਾਂ ਸਾਨੂੰ ਇੱਕ ਲੇਮੈਨ ਦੀ ਭਾਸ਼ਾ ਵਿੱਚ ਇਹ ਸਮਝ ਆਉਂਦਾ ਕਿ ਰਾਜਾਂ ਦੀ ਜਿਹੜੀ ਆਮਦਨ ਸੀ ਉਹ ਘਟ ਗਈ, ਕਾਫੀ ਸਾਰੀ ਘਟ ਗਈ, ਤੇ ਉਹ ਕੇਂਦਰ ਵੱਲੋਂ ਉਹਨਾਂ ਨੂੰ ਉਹਨਾਂ ਦਾ ਹਿੱਸਾ ਨਾ ਦਿੱਤੇ ਜਾਣ ਦੇ ਕੀ ਮਾਇਨੇ ਨੇ, ਜਾਂ ਕੇਂਦਰ ਕੀ ਸਿੱਧ ਕਰਨਾ ਚਾਹੁੰਦਾ ਹੈ ਇਹੋ ਜਿਹਾ ਕਰਕੇ? ਤੁਸੀਂ ਬਹੁਤ ਸਹੀ ਲਫ਼ਜ਼ ਵਰਤਿਆ ਹੈ ਕਿ ਵੀ ਇਹ ਸੱਤਾ ਦਾ ਜਿਹੜਾ ਕੇਂਦਰੀਕਰਨ ਹੈ ਉਹ ਹੋ ਰਿਹਾ। ਅਸਲ ਵਿੱਚ ਜਦੋਂ ਆਪਾਂ
ਮਤਲਬ ਫੈਡਰਲਿਜ਼ਮ ਵਰਡ ਆਪਾਂ ਵਰਤਦੇ ਆ, ਜਿਹਨੂੰ ਆਪਾਂ ਸੰਘਵਾਦ ਹੂੰ ਆਪਾਂ ਕਹਿ ਦਿੰਦੇ ਆ। ਹੂੰ ਹੂੰ, ਤਾਂ ਸੰਘਵਾਦ ਦਾ ਜਿਹੜਾ ਆਪਾਂ ਇਹ ਕਹੀਏ ਵੀ ਮੂਲ ਟੀਚਾ ਕੀ ਹੁੰਦਾ, ਵੀ ਜੇ ਆਪਾਂ ਥੋੜਾ ਜਿਹਾ ਇਹਨੂੰ, ਕਿਉਂਕਿ ਇੱਥੇ ਬਹੁਤ ਸਾਰੀ ਪੋਲਿਟਿਕਸ ਤੇ ਬਹੁਤ ਸਾਰੀ ਜਿਹੜੀ ਇਕਨੋਮਿਕਸ ਹੈ ਉਹ ਮਿਕਸ ਹੁੰਦੀ ਹੈ ਇਸ, ਜਦੋਂ ਅਸੀਂ ਜੀ ਜੀ, ਵਿੱਤੀ ਸੰਘਵਾਦ ਦੀ ਆਪਾਂ ਗੱਲ ਕਰਦੇ ਆ। ਤਾਂ ਹੂੰ ਸੰਘਵਾਦ ਆ ਜਿਹੜਾ, ਉਹਦਾ ਮੂਲ ਟੀਚਾ ਇਹ ਹੁੰਦਾ ਹੈ ਵੀ ਅਸੀਂ ਇਹ ਮੰਨ ਕੇ ਤੁਰਦੇ ਆ ਕਿ ਵੀ ਜਿਹੜੀਆਂ ਮਤਲਬ ਸਰਕਾਰ ਦੀਆਂ ਜਿਹੜੀਆਂ ਵੱਖਰੀਆਂ ਵੱਖਰੇ ਜਿਹੜੇ ਪੱਧਰ ਨੇ, ਵੱਖਰੀਆਂ ਵੱਖਰੀਆਂ ਲੇਅਰਸ ਨੇ, ਉਹਨਾਂ ਦੇ ਹੂੰ, ਅਧਿਕਾਰ ਤੇ ਜਿਹੜੇ ਹੈਗੇ ਆ, ਆਪਾਂ ਇਹ ਕਹਿ ਸਕਦੇ ਆ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਵੱਖਰੀਆਂ ਨੇ। ਜੀ ਜੀ, ਜਿਵੇਂ ਮਤਲਬ ਥੋੜਾ ਸਧਾਰਨ ਸ਼ਬਦਾਂ ਵਿੱਚ ਕਹਾਂ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਜਿਹੜਾ ਕੇਂਦਰ ਹੈ, ਕੇਂਦਰ ਦੇ ਕੋਲੇ ਰਾਜਾਂ ਨਾਲੋਂ ਕਿਤੇ ਜ਼ਿਆਦਾ ਜਿਹੜਾ ਹੈਗਾ ਮਾਲੀਆ ਇਕੱਠਾ ਕਰਨ ਦੇ ਅਧਿਕਾਰ ਹੈਗੇ ਆ। ਵੀ ਜਿਵੇਂ ਜੀ ਉਹਦੇ ਜੀ, ਉਹਦੇ ਕੋਲੇ ਸਿਰਫ ਨਹੀਂ ਹੈਗਾ ਕਿ ਵੀ ਉਹ ਇਕੱਲੇ ਕਰਾਂ ਤੋਂ ਹੀ ਆਮਦਨ ਪ੍ਰਾਪਤ ਕਰਦਾ ਹੈ, ਉਹ ਆਰਬੀਆਈ ਤੋਂ, ਜਿਹੜਾ ਸਾਡਾ ਕੇਂਦਰੀ ਬੈਂਕ ਹੈ, ਉਹਦੇ ਤੋਂ ਵੀ ਉਹ ਹੂੰ ਡਿਵੀਡੈਂਡ ਹਾਸਲ ਕਰਦਾ ਹੈ। ਉਹਦੇ ਕੋਲੇ ਬਹੁਤ ਸਾਰੀਆਂ ਸੈਂਟਰਲ ਪਬਲਿਕ ਸੈਕਟਰ ਯੂਨਿਟ ਹੁੰਦੀਆਂ ਨੇ ਜਿੱਥੋਂ ਕਿ ਉਹ ਆਮਦਨ ਪ੍ਰਾਪਤ ਕਰ ਸਕਦਾ ਹੈ। ਪਰ ਹੂੰ ਮਤਲਬ ਜੇ ਮੋਟੇ ਤੌਰ ਦੇ ਉੱਤੇ ਆਪਾਂ ਇਹਨੂੰ ਕੁਝ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵੀ ਜੇ ਉਹਦੇ ਕੋਲੇ 40% ਉਹਦੇ ਕੋਲੇ ਖਰਚੇ ਦੀਆਂ ਜ਼ਿੰਮੇਵਾਰੀਆਂ ਨੇ, ਤਾਂ 60% ਉਹਦੇ ਕੋਲੇ ਆਮਦਨ ਦੇ ਸਾਧਨ ਨੇ। ਹੂੰ, ਤਾਂ ਇਸ ਤਰੀਕੇ ਨਾਲ ਇਹ ਇੱਕ ਤਰ੍ਹਾਂ ਸਮਝ ਲਓ ਕਿ ਵੀ ਆਪਾਂ ਕਹੀਏ ਵੀ ਅਧਿਕਾਰਾਂ ਦਾ ਤੇ ਉਹਦੀਆਂ ਜ਼ਿੰਮੇਵਾਰੀਆਂ ਦਾ ਵਿਤਕਰਾ ਇਹ ਜਿਹੜਾ ਕਿ ਮਤਲਬ ਸਟੇਟ ਤੇ ਸੈਂਟਰ ਦੇ ਵਿਚਕਾਰ ਹੁੰਦਾ ਹੈ, ਤੇ ਪਹਿਲਾਂ ਵੀ ਸੀਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਇਹ ਜੀ ਹਮੇਸ਼ਾ ਹੀ ਜੀ, ਰਹਿੰਦਾ, ਜਿਹਦੇ ਕਰਕੇ ਜਿਹੜਾ ਉਹ ਆਪਣੀਆਂ ਮਤਲਬ ਆਪਣੇ ਜਿਹੜੇ ਟੈਕਸ ਨੇ, ਜਿਹੜੇ ਆਪਣੇ ਕਰ ਨੇ, ਉਹਨਾਂ ਵਿੱਚੋਂ ਪ੍ਰਾਪਤ ਆਮਦਨ ਹੈ ਜਿਹੜੀ, ਉਹ ਰਾਜਾਂ ਨੂੰ ਅੱਗੋਂ ਮਤਲਬ ਵੰਡਦਾ ਹੈ ਉਹ ਆਪਣਾ। ਤੇ ਜੀ ਜੀ, ਦੂਸਰੇ ਪਾਸੇ ਜਦੋਂ ਅਸੀਂ ਇੱਕ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ ਤੇ ਅਸੀਂ ਇੱਕ ਬਰਾਬਰੀ ਵਾਲੇ ਵਿਕਾਸ ਦੀ ਗੱਲ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਹੜੀਆਂ ਬਹੁਤ ਸਾਰੇ ਰਾਜ ਨੇ, ਉਹ ਆਪਣੀਆਂ ਆਪਣੀਆਂ ਵੱਖਰੇ ਵੱਖਰੇ ਕਾਰਨਾਂ ਕਰਕੇ, ਜਿਵੇਂ ਆਪਾਂ ਕਹੀਏ ਵੀ ਜੀਓਗ੍ਰਾਫਿਕ ਲੋਕੇਸ਼ਨ ਕਰਕੇ ਹੋ ਸਕਦਾ, ਵੀ ਕੋਈ ਪਹਾੜੀ ਇਲਾਕਾ ਹੈ, ਕੋਈ ਰੇਤਲਾ ਇਲਾਕਾ ਹੈ, ਕੋਈ ਉਪਜਾਊ ਇਲਾਕਾ ਹੈ, ਕੋਈ ਘੱਟ ਉਪਜਾਊ ਇਲਾਕਾ ਹੈ। ਤਾਂ ਹੂੰ ਮਤਲਬ ਕਿਸੇ ਥਾਂ ਦੇ ਉੱਤੇ ਉਹ ਬਾਰਡਰ ਏਰੀਆ ਹੋਣ ਕਰਕੇ ਬਹੁਤਾ ਉਦਯੋਗ ਵਿਕਸਿਤ ਨਹੀਂ ਹੋ ਸਕਦਾ। ਕੋਈ ਥਾਂ ਬਹੁਤ ਸੈਂਟਰਲ ਪੋਜੀਸ਼ਨ ਦੇ ਵਿੱਚ ਹੈਗੀ ਆ, ਜਿੱਥੇ ਕਿ ਉਦਯੋਗ ਨੇ ਜਿਹੜੇ ਉਹ ਸਹਿਜ ਸੁਭਾਏ ਉੱਥੇ ਆਪੇ ਵਿਕਸਿਤ ਹੋ ਜਾਂਦੇ ਨੇ। ਜਿਵੇਂ ਸ਼ੁਰੂ ਦੇ ਹੂੰ, ਵਿੱਚ ਬਹੁਤ ਸਾਰੇ ਉਦਯੋਗ ਨੇ ਸਾਡੇ ਜਿਹੜੇ ਪੋਰਟਲ ਏਰੀਆ ਦੇ ਵਿੱਚ ਵਿਕਸਿਤ ਹੋਏ, ਕਿਉਂਕਿ ਬਿਲਕੁਲ ਬੰਦਰਗਾਹਾਂ ਸੀਗੀਆਂ, ਆਸਾਨ ਸੀਗਾ। ਬਿਲਕੁਲ, ਤਾਂ ਹੂੰ ਇਹੋ ਜਿਹਾ ਕੁਦਰਤੀ ਜਿਹੜੇ ਹੈਗੇ ਫਰਕ ਨੇ, ਜਿਹਦੇ ਕਰਕੇ ਰਾਜ ਨੇ ਜਿਹੜੇ ਉਹ ਵਿਕਾਸ ਦਾ ਫਰਕ ਰੱਖਦੇ ਆ। ਹੂੰ ਤਾਂ ਜੇ ਸਾਡੇ ਵਿਕਾਸ ਦੇ ਪੱਧਰ ਦਾ ਫਰਕ ਹੈ, ਤਾਂ ਕੁਦਰਤੀ ਹੈ ਕਿ ਸਾਡੇ ਜਿਹੜੀ ਕਰ ਨੂੰ ਜਿਹੜੀ ਹੈਗੀ ਹੈ ਹਾਸਲ ਕਰਨ ਦੀ, ਜਾਂ ਕਰਾਂ ਤੋਂ ਆਮਦਨ ਹਾਸਲ ਕਰਨ ਦਾ ਫਰਕ ਵੀ ਹੋਊਗਾ। ਵੀ ਹੂੰ ਇੱਕ ਵਿਕਸਿਤ ਦੇਸ਼ ਹੈ, ਰਾਜ ਆ ਜਿਹੜਾ ਉਹ ਵੱਧ ਮਾਲੀਆ ਇਕੱਠਾ ਕਰ ਸਕਦਾ ਏ, ਇੱਕ ਪਛੜਿਆ ਹੋਇਆ ਹੂੰ, ਰਾਜ ਆ ਜਿਹੜਾ ਉਹ ਘੱਟ ਮਾਲੀਆ ਇਕੱਠਾ ਕਰ ਸਕਦਾ। ਪਰ ਹੈਗੇ ਤਾਂ ਆਪਾਂ ਸਾਰੇ ਬਰਾਬਰ ਦੇ ਨਾਗਰਿਕ ਨਾ। ਤਾਂ ਬਿਲਕੁਲ, ਜਦੋਂ ਅਸੀਂ ਬਰਾਬਰ ਦੇ ਨਾਗਰਿਕ ਆ, ਤਾਂ ਸਾਡੇ ਜਿਹੜੇ ਹੈਗੀਆਂ ਸਾਡੀਆਂ ਜਿਹੜੀਆਂ ਨੀਤੀਆਂ ਨੇ, ਉਹ ਸਾਰਿਆਂ ਦੇ ਉੱਤੇ ਬਰਾਬਰ ਹਾਸਲ ਹੋਣੀਆਂ ਹੁੰਦੀਆਂ ਨੇ। ਤਾਂ ਉਸ ਤਰੀਕੇ ਨਾਲ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਰਾਜਾਂ ਦੇ ਵਿਚਕਾਰਲਾ ਜਿਹੜਾ ਅੰਤਰ ਹੈ, ਉਹਨੂੰ ਇਹ ਸੰਘੀ ਢਾਂਚਾ ਹੈ ਜਿਹੜਾ ਉਹ ਮਤਲਬ ਇੱਕ ਆਪਣੀਆਂ ਜ਼ਿੰਮੇਵਾਰੀਆਂ ਦੇ ਵੰਡਾਂ ਦੀ ਮਤਲਬ ਚੰਗੀ ਵੰਡ ਦੇ ਨਾਲ ਵੀ ਉਹ ਇਹਨਾਂ ਅੰਤਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ। ਹੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਮਤਲਬ ਘਾਟੇ ਵਾਧੇ ਪੂਰਦਾ ਹੈ। ਘਾਟੇ ਵਾਧੇ ਪੂਰਦਾ ਹੈ। ਤੇ ਮਤਲਬ ਇੱਕ ਹੋਰ ਜਿਹੜਾ ਮਤਲਬ ਅਸੀਂ ਜਿਹਨੂੰ ਕਹਿੰਦੇ ਹੁੰਦੇ ਆ ਕਿ ਵੀ ਪ੍ਰਿੰਸੀਪਲ ਆਫ ਸਬਸਿਡੈਰਿਟੀ ਕਿਹਾ ਜਾਂਦਾ ਉਹਨੂੰ। ਮੈਨੂੰ ਹੁਣ ਸਬਸਿਡੈਰਿਟੀ ਦੀ ਹੂੰ ਮੈਂ ਐਗਜ਼ੈਕਟ ਮਤਲਬ ਵੀ ਮੈਨੂੰ ਪੰਜਾਬੀ ਤਾਂ ਨਹੀਂ ਪਤਾ, ਪਰ ਮੈਂ ਉਹਨੂੰ ਐ ਸਮਝਾ ਸਕਦੀ ਹਾਂ ਕਿ ਵੀ ਇਹਦਾ ਅਰਥ ਇਹ ਹੈ ਕਿ ਵੀ ਇੱਕ ਸੰਘੀ ਢਾਂਚੇ ਦੇ ਵਿੱਚ ਜਿਹੜੀਆਂ ਨੀਤੀਆਂ ਨੇ ਉਹ ਥੱਲਿਓਂ ਮਤਲਬ ਗਰਾਊਂਡ ਲੈਵਲ ਤੋਂ ਤੁਰਨੀਆਂ ਚਾਹੀਦੀਆਂ ਨੇ। ਵੀ ਸੈਂਟਰ ਹੈ ਹੂੰ, ਜਿਹੜਾ ਉਹ ਮਤਲਬ ਡਿਕਟੇਟ ਕੀਤਾ ਜਾਊਗਾ ਗਰਾਊਂਡ ਲੈਵਲ ਦੇ ਲੋਕਾਂ ਦੀਆਂ ਲੋੜਾਂ ਦੇ ਆਧਾਰ ਦੇ ਉੱਤੇ। ਜੀ ਤਾਂ ਸਾਰਾ ਸੰਘੀ ਢਾਂਚਾ ਇਸ ਪ੍ਰਿੰਸੀਪਲ ਆਫ ਸਬਸਿਡੈਰਿਟੀ ਦੇ ਸਿਧਾਂਤ ਦੇ ਉੱਤੇ ਖੜਾ ਹੈ ਕਿ ਵੀ ਅਸੀਂ ਥੱਲਿਓਂ ਲੋੜਾਂ ਜਨਰੇਟ ਕਰਦੇ ਹਾਂ, ਤੇ ਸੈਂਟਰ ਜਿਹੜਾ ਹੈਗਾ ਵੀ ਉਹਨਾਂ ਲੋੜਾਂ ਦੇ ਹਿਸਾਬ ਦੇ ਨਾਲ ਆਪਣੀਆਂ ਨੀਤੀਆਂ ਬਣਾਉਂਦਾ। ਤਾਂ ਜੇ ਹੂੰ ਮਤਲਬ ਇਹ ਸਭ ਚੱਲਦਾ ਰਹੇ, ਤਾਂ ਸੰਘੀ ਢਾਂਚਾ ਹੈ ਜਿਹੜਾ ਉਹ ਸਾਡਾ ਉਹ ਤਾਂ ਸਕਸੈਸਫੁਲ ਹੋ ਸਕਦਾ। ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸੰਘੀ ਢਾਂਚਾ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਕਿ ਮਤਲਬ ਹੁਣ ਪੁਰਾਣੀ ਪੈ ਗਈ। ਵੀ ਜਿਵੇਂ ਅਸੀਂ ਕੁਝ ਚੀਜ਼ਾਂ ਬਾਰੇ ਕਹਿ ਦਿੰਦੇ ਆ ਕਿ ਵੀ ਮਤਲਬ ਆਜ਼ਾਦੀ ਦੇ ਸਮੇਂ ਇਹ ਲੋੜ ਸੀਗੀ, ਚਲੋ ਹੁਣ ਇਹਦੀ ਲੋੜ ਨਹੀਂ ਹੈਗੀ, ਇਸ ਕਰਕੇ ਇਹ ਨੀਤੀਆਂ ਹਟਾ ਦੇਣੀਆਂ ਚਾਹੀਦੀਆਂ ਨੇ। ਸੰਘੀ ਢਾਂਚਾ ਜਾਂ ਸੰਘੀ ਜਿਹੜਾ ਹੈਗਾ ਮਤਲਬ ਆਪਣੀ ਜਿਹੜੀ ਪ੍ਰਸ਼ਾਸਨ ਹੈ, ਉਹ ਸਾਡਾ ਵੇ ਆਫ ਲਿਵਿੰਗ ਹੈ, ਸਾਡੇ ਜਿਉਣ ਦਾ ਤਰੀਕਾ ਹੈ। ਸਾਡੀਆਂ ਜਿਹੜੀਆਂ ਸਟੇਟਸ ਨੇ, ਸਾਡੀਆਂ ਜਿਹੜਾ ਮਤਲਬ ਸਾਡਾ ਇੱਕ ਆਪਾਂ ਇਹ ਕਹੀਏ ਵੀ ਪੂਰੇ ਰਾਸ਼ਟਰ ਦਾ ਜਿਹੜਾ ਇੱਕ ਸਮੁੱਚਾ ਵਿਕਾਸ ਹੈ, ਉਹ ਇਸ ਵੇ ਆਫ ਲਿਵਿੰਗ ਦੇ, ਵੇ ਆਫ ਐਡਮਿਨਿਸਟ੍ਰੇਸ਼ਨ ਦੇ ਉੱਤੇ ਆਧਾਰਿਤ ਹੈ। ਜੀ ਤੇ ਹੁਣ ਹੋ ਕੀ ਰਿਹਾ ਹੈ ਕਿ ਵੀ ਜਦੋਂ ਮਤਲਬ 2017 ਤੋਂ ਪਹਿਲਾਂ, ਜਦੋਂ ਵੀ ਮਤਲਬ ਵੈਸੇ ਤਾਂ 12-13 ਸਾਲ ਲੱਗੇ ਇਸ ਮਤਲਬ ਆਪਣੇ GST ਨੂੰ ਆਪਣੀ ਹੋਂਦ ਵਿੱਚ ਆਉਣ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਜਿਹੜੀ ਕੇਂਦਰ ਸਰਕਾਰ ਸੀਗਾ, ਉਹਨੇ ਰਾਜ ਸਰਕਾਰਾਂ ਨੂੰ ਇਹ ਕਹਿ ਕੇ ਕਨਵਿੰਸ ਕਰਾਇਆ
ਕਿ ਵੀ ਤੁਹਾਡਾ ਜਿਹੜਾ ਮਤਲਬ ਟੈਕਸ ਰੈਵਨਿਊ ਹੈ ਵੀ ਉਹ ਔਸਤਨ 14% ਪ੍ਰਤੀ ਸਾਲ ਦੀ ਦਰ ਦੇ ਉੱਤੇ ਵੱਧਦਾ ਹੈ। ਹੂੰ ਤਾਂ ਜਦੋਂ ਮਤਲਬ ਜੀਐਸਟੀ ਅਸੀਂ ਲਾਗੂ ਕਰਾਂਗੇ ਤਾਂ ਕੁਦਰਤੀ ਹੈ ਵੀ ਸ਼ੁਰੂ ਦੇ ਵਿੱਚ ਵੀ ਉਹ ਸ਼ਬਦ ਯੂਜ਼ ਕਰਦੇ ਨੇ ਵੀ ਟੀਥਿੰਗ ਟਰਬਲ, ਵੀ ਮਤਲਬ ਵੀ ਜਦੋਂ ਜਵਾਕ ਦੇ ਦੰਦ ਨਿਕਲਦੇ ਨੇ ਤਾਂ ਉਹਦੇ ਗੁੱਟ ਹੂੰ ਹੂੰ ਦੁਖਦੇ ਆ, ਤਾਂ ਪਹਿਲਾਂ ਹੂੰ ਹੂੰ ਮਤਲਬ ਹੂੰ ਉਹ ਪਹਿਲਾਂ ਟੀਥਿੰਗ ਟਰਬਲਸ ਹੋਣਗੀਆਂ। ਤਾਂ ਪਰ ਹੂੰ ਅਸੀਂ ਮਤਲਬ ਜਿੰਨਾ ਘਾਟਾ ਅਸੀਂ ਹੋਊਗਾ ਉਸ 14% ਵਿਕਾਸ ਦਰ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਉਹ ਬਾਕੀ ਦਾ ਬਚਦਾ ਹਿੱਸਾ ਹੈ ਜਿਹੜਾ ਉਹ ਤੁਹਾਨੂੰ ਅਸੀਂ ਕੰਪਨਸੇਟ ਕਰਾਂਗੇ, ਵੀ ਉਹਦਾ ਅਸੀਂ ਮੁਆਵਜ਼ਾ ਹੂੰ ਤੁਹਾਨੂੰ ਅਸੀਂ ਪ੍ਰਦਾਨ ਕਰਾਂਗੇ। ਤਾਂ ਹੂੰ ਜਿਹੜਾ ਮਤਲਬ ਫਾਈਨਾਂਸ ਕਮਿਸ਼ਨ ਦੇ ਥਰੂ ਆਪਾਂ ਜੋ ਵੀ ਅੱਗੋਂ ਵੰਡਣਾ ਹੈ ਤਾਂ ਉਸ ਤੋਂ ਬਾਅਦ ਜੋ ਬਚ ਜੂਗਾ, ਮੰਨ ਲਓ ਜੇ ਆਪਾਂ ਇਹ ਕਹੀਏ ਵੀ ਮੈਨੂੰ ਇੱਕ ਰਾਜ ਨੂੰ 1000 ਕਰੋੜ ਰੁਪਏ ਮਿਲਣੇ ਨੇ, ਵੀ ਪਰ ਜੀਐਸਟੀ ਦੇ ਰਾਹੀਂ ਉਸ ਵੰਡ ਦੇ ਰਾਹੀਂ ਵੀ ਉਹਨੂੰ ਸਿਰਫ 800 ਕਰੋੜ ਮਿਲੇ, ਤਾਂ 200 ਕਰੋੜ ਆ ਜਿਹੜਾ ਵੀ ਉਹ ਉਸ ਕੰਪਨਸੇਸ਼ਨ ਫੰਡ ਦੇ ਵਿੱਚੋਂ ਦਿੱਤਾ ਜਾਊਗਾ। ਜੀ ਤਾਂ ਉਹ ਕੰਪਨਸੇਸ਼ਨ ਫੰਡ ਹੈ ਜਿਹੜਾ ਉਹ ਮਤਲਬ ਸੈਸ ਸੀਗਾ ਇੱਕ, ਤਾਂ ਜਿਹੜਾ ਕਿ ਕੁਝ ਆਈਟਮਸ ਦੇ ਉੱਤੇ ਲਗਾਇਆ ਹੋਇਆ ਸੀਗਾ, ਤਾਂ ਉਸ ਸੈਸ ਤੋਂ ਕੇਂਦਰ ਹੈ ਜਿਹੜਾ ਉਹ ਪੈਸਾ ਜਨਰੇਟ ਕਰਦਾ ਸੀ ਤੇ ਉਹ ਰਾਜਾਂ ਦੇ ਵਿੱਚ ਵੰਡਦਾ ਸੀਗਾ। ਤੇ ਹੂੰ ਉਹ ਮਤਲਬ ਇਸ ਸਮੇਂ ਦੇ ਵਿੱਚ ਮੁਸੀਬਤ ਦੀ ਘੜੀ ਦੇ ਵਿੱਚ ਉਹ ਟੋਟਲੀ ਮੁੱਕਰ ਗਿਆ ਇਸ ਗੱਲ ਦੇ ਉੱਤੇ, ਕਿਉਂਕਿ ਹੂੰ ਪਹਿਲਾਂ ਤਾਂ ਮਤਲਬ ਇਸ ਗੱਲ ਦੀ ਦੇਖੋ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਬਣਾਈ ਗਈ ਵੀ ਆਪਣੇ ਇੱਕ ਜਦੋਂ ਅਸੀਂ ਜੀਐਸਟੀ ਐਕਟ ਪਾਸ ਕੀਤਾ ਹੈ ਤਾਂ ਕਨਸਟੀਟਿਊਸ਼ਨ ਦਾ ਜਿਹੜਾ ਹੈਗਾ ਉਹਦੇ ਵਿੱਚ ਖਾਸ ਮਤਲਬ ਜਿਹੜਾ ਹੈਗਾ ਵੀ ਆਪਣਾ ਇੱਕ ਪ੍ਰੋਵੀਜ਼ਨ ਰੱਖੀ ਗਈ ਕਿ ਵੀ ਇਸ ਐਕਟ ਦੇ ਹੇਠ ਜਿਹੜਾ ਹੈਗਾ ਵੀ ਮਤਲਬ ਆਪਣੀਆਂ ਵੀ ਹਰੇਕ 2 ਮਹੀਨੇ ਬਾਅਦ ਇਸ ਕੰਪਨਸੇਸ਼ਨ ਦੀ ਗਣਨਾ ਕੀਤੀ ਜਾਊਗੀ ਤੇ ਫਿਰ ਉਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਵੀ ਰਾਜਾਂ ਨੂੰ ਕੰਪਨਸੇਸ਼ਨ ਦਿੱਤੀ ਜਾਊਗੀ। ਪਰ ਹੁਣ ਇਹਨਾਂ ਨੇ ਇਹਨੂੰ ਮਤਲਬ ਰੱਬ ਦੀ ਕਾਰਗੁਜ਼ਾਰੀ ਕਹਿ ਕੇ ਵੀ ਇਸ ਗੱਲ ਤੋਂ ਮੁੱਕਰ ਤੇ ਇਸ ਗੱਲ ਨੂੰ ਮੁੱਕਰ ਗਏ ਤੇ ਨਾਲ ਕੀ ਕੀਤਾ ਕਿ ਉਹਨਾਂ ਨੇ ਮਤਲਬ ਕੱਲਾ ਇਹ ਨਹੀਂ ਹੈਗਾ ਕਿ ਵੀ ਕੱਲਾ ਇੱਕ ਸਟੇਟਮੈਂਟ ਦੇਤੀ, ਉਹਨਾਂ ਨੇ ਮਤਲਬ ਇੱਕ ਪ੍ਰੋਪਰ ਇਹਦੀ ਇੱਕ ਲੀਗਲ ਜਿਹੜੀ ਹੈਗੀ ਸਲਾਹ ਲਈ ਤੇ ਸਾਡਾ ਜਿਹੜਾ ਅਟਾਰਨੀ ਜਨਰਲ ਹੈ, ਸੋਲਿਸਿਟਰ ਜਨਰਲ, ਉਹ ਸਾਨੂੰ ਇਹ ਕਹਿੰਦਾ ਹੈ ਕਿ ਵੀ ਸਰਕਾਰ ਦੀ ਕੋਈ ਇਹ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈਗੀ, ਕਿਉਂਕਿ ਸਾਡੀ ਉਸ ਕਨਸਟੀਟਿਊਸ਼ਨ ਪ੍ਰੋਵੀਜ਼ਨ ਦੇ ਵਿੱਚ ਗਾਰੰਟੀ ਨਹੀਂ ਲਿਖਿਆ ਹੋਇਆ ਵਰਡ ਵੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਰਾਜਾਂ ਨੂੰ ਇਹ ਕੰਪਨਸੇਸ਼ਨ ਦਵੇ, ਵੀ ਜੇ ਉਹਦੇ ਕੋਲੇ ਜਿੰਨਾ ਕੁ ਸੈਸ ਇਕੱਠਾ ਹੋਇਆ ਤੇ ਉਹ ਓਨੀ ਕੁ ਕੰਪਨਸੇਸ਼ਨ ਦੇ ਦੂਗੀ, ਜੇ ਉਹਦੇ ਕੋਲੇ ਸੈਸ ਇਕੱਠਾ ਨਹੀਂ ਹੋਇਆ ਹੈਗਾ ਤਾਂ ਉਹ ਕੰਪਨਸੇਸ਼ਨ ਨਹੀਂ ਦਊਗੀ। ਪਰ ਮੇਰੀ ਇਹ ਦਲੀਲ ਹੈ ਜਾਂ ਰਾਜ ਵੀ ਇਹ ਕਹਿੰਦੇ ਨੇ ਕਿ ਵੀ ਜਦੋਂ ਵੀ ਤੁਸੀਂ ਮਤਲਬ ਰਾਜਾਂ ਨੂੰ ਇਸ ਗੱਲ ਲਈ ਕਨਵਿੰਸ ਕੀਤਾ ਕਿ ਵੀ ਅਸੀਂ ਤੁਹਾਨੂੰ ਇਹ ਕੰਪਨਸੇਸ਼ਨ ਪ੍ਰੋਵਾਈਡ ਕਰਾਂਗੇ, ਤਾਂ ਜੇ ਉਹ ਕਿਸੇ ਵੀ ਕਿਸਮ ਦੀ ਉਹਦੀ ਕੋਈ ਲੀਗਲ ਜ਼ਿੰਮੇਵਾਰੀ ਨਹੀਂ ਹੈਗੀ ਤਾਂ ਤੁਹਾਡੀ ਮੋਰਲ ਰਿਸਪੌਂਸਿਬਿਲਟੀ ਤਾਂ ਬਣਦੀ ਹੈ। ਵੀ ਉਹ ਮਤਲਬ ਜਦੋਂ ਉਹਨਾਂ ਰਾਜਾਂ ਨੇ ਇਸ ਹੱਦ ਤੱਕ ਇਸ ਸਾਰੇ ਕੁਝ ਦੇ ਵਿੱਚ ਕੋਆਪਰੇਟ ਕੀਤਾ ਹੈ ਤਾਂ ਇਸ ਮੁਸੀਬਤ ਦੇ ਸਮੇਂ ਜਿਹੜਾ ਕੇਂਦਰ ਹੈ ਉਹਨੂੰ ਇਹ ਕੰਪਨਸੇਸ਼ਨ ਦੇਣੀ ਚਾਹੀਦੀ ਹੈ। ਹੁਣ ਹੋ ਕੀ ਰਿਹਾ ਹੈ ਕਿ ਉਹਨਾਂ ਨੇ ਕਹਤਾ ਕਿ ਵੀ ਜਿਹੜਾ ਜੀਐਸਟੀ ਕੰਪਨਸੇਸ਼ਨ ਕਰਕੇ ਜਾਂ ਜੋ ਵੀ ਮਤਲਬ ਜੋ ਘਾਟਾ ਪਿਆ ਹੈ ਵੀ ਉਹਦਾ 97000 ਕਰੋੜ ਰੁਪਇਆ ਬਣਦਾ ਤੇ ਅਸੀਂ ਮਤਲਬ 97000 ਕਰੋੜ ਰੁਪਏ ਤੁਹਾਨੂੰ ਦੇ ਦਾਂਗੇ, ਪਰ ਕੁੱਲ ਘਾਟਾ ਜਿਹੜਾ ਰਾਜ ਸ਼ੋਅ ਕਰ ਰਹੇ ਨੇ ਉਹ ਹੈਗਾ ਮਤਲਬ ਆਪਣਾ ਕੁੱਲ ਘਾਟਾ ਬਣਦਾ ਹੈ ਉਹਨਾਂ ਦਾ 2.35 ਲੱਖ ਕਰੋੜ ਰੁਪਏ ਜਿਹੜਾ ਕਿ ਉਹ ਮੰਗ ਰਹੇ ਨੇ। ਅੱਛਾ, ਉਹ 2,35 ਕਰੋੜ ਰੁਪਏ ਤੁਸੀਂ ਜਿਹੜਾ ਹੈਗਾ ਵੀ ਆਪਣੀਆਂ ਬੋਰੋ ਕਰ ਲਓ ਵੀ ਉਹਦੇ ਵਿੱਚੋਂ ਉਹਨਾਂ ਨੇ ਕਹਿਤਾ ਕਿ ਉਹਨਾਂ ਨੇ ਮਤਲਬ ਹੋਇਆ ਇਹ ਕਿ ਵੀ ਜੀਐਸਟੀ ਦੀ ਜਿਹੜੀ ਮਤਲਬ ਉਹ ਸੈਸ ਦੀ ਜਿਹੜੀ ਜੋ ਵੀ ਕਲੈਕਸ਼ਨ ਸੀਗੀ ਉਹਦੇ ਵਿੱਚੋਂ 65,000 ਕਰੋੜ ਰੁਪਏ ਉਹਨਾਂ ਨੇ ਕਲੈਕਟ ਕਰਕੇ ਉਹਨਾਂ ਨੂੰ ਅੱਗੋਂ ਵੰਡਤੇ ਤੇ ਪਰ ਮਤਲਬ ਵੀ ਕਿਉਂਕਿ ਕੁੱਲ ਘਾਟਾ 3 ਲੱਖ ਕਰੋੜ ਰੁਪਏ ਦਾ ਸੀਗਾ ਤਾਂ ਉਹਦੇ ਵਿੱਚੋਂ 65,000 ਤਾਂ ਬਾਕੀ 235 ਕਰੋੜ ਆ ਜਿਹੜਾ ਉਹ ਬਚ ਗਿਆ। ਤਾਂ ਉਹ ਕਹਿੰਦੇ ਵੀ ਉਹਦੇ ਚੋਂ ਸਿਰਫ 97,000 ਦੇ ਅਸੀਂ ਜ਼ਿੰਮੇਵਾਰ ਆ ਤੇ ਬਾਕੀ ਦਾ ਜਿਹੜਾ ਮਤਲਬ ਆਪਣਾ ਹੈਗਾ ਵੀ ਤੁਹਾਡਾ ਉਹ ਸਾਰਾ ਜੀਐਸਟੀ ਦੀਆਂ ਟੀਥਿੰਗ ਟਰਬਲਸ ਕਰਕੇ ਨਹੀਂ ਹੈਗਾ, ਵੀ ਜੀਐਸਟੀ ਦੀ ਐਡਮਿਨਿਸਟ੍ਰੇਸ਼ਨ ਜਾਂ ਉਹਦੀ ਇੰਪਲੀਮੈਂਟੇਸ਼ਨ ਕਰਕੇ ਨਹੀਂ ਹੈਗਾ, ਵੀ ਉਹ ਤਾਂ ਸਾਡਾ ਜਿਹੜਾ ਹੈਗਾ ਵੀ ਐਕਟ ਆਫ ਗॉड ਹੈ, ਵੀ ਕਿਉਂਕਿ ਅਸੀਂ ਮੁਸੀਬਤ ਵਿੱਚੋਂ ਨਿਕਲੇ ਹੋਏ ਆ ਹੈਨਾ, ਇਹਦੇ ਕਰਕੇ ਮਤਲਬ ਰੈਵਨਿਊ ਬਹੁਤਾ ਜਨਰੇਟ ਨਹੀਂ ਹੋਇਆ ਹੈਗਾ, ਵੀ ਜੇ ਕੋਈ ਰੈਵਨਿਊ ਜਨਰੇਟ ਨਹੀਂ ਹੋਇਆ ਹੈਗਾ ਇਸ ਕਰਕੇ ਵੀ ਇਹ ਜੀਐਸਟੀ ਕੌਂਸਲ ਦਾ ਕੰਮ ਨਹੀਂ ਹੈਗਾ, ਵੀ ਉਹਨੂੰ ਤੁਸੀਂ ਜਾਂ ਤਾਂ ਉਧਾਰ ਲੈ ਲਓ ਵੀ ਜਾਂ ਅਸੀਂ ਤੁਹਾਨੂੰ ਜਿਹੜੀ ਹੈਗੀ ਆ ਵੀ ਉਹ ਆਰਬੀਆਈ ਦੀ ਇੱਕ ਵਿੰਡੋ ਅਸੀਂ ਪ੍ਰੋਵਾਈਡ ਕਰ ਦਿੰਦੇ ਆ, ਉਹਦੇ ਵਿੱਚ ਵੀ ਉਹ 97,000 ਕਰੋੜ ਦੇਣਗੇ। ਬਾਕੀ ਦਾ ਜਿਹੜਾ ਹੈਗਾ ਵੀ ਉਹ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਆਪਣੀਆਂ ਬੋਰਿੰਗਸ ਲੈਣੀਆਂ ਪੈਣਗੀਆਂ, ਉਹਦੇ ਉੱਤੇ ਨਾ ਕਿਸੇ ਕਿਸਮ ਦੀ ਕੋਈ ਰਿਆਇਤ ਹੈ ਤੇ ਬਲਕਿ ਹਰੇਕ 0.25% ਨੂੰ ਦਾ ਕਰਜ਼ਾ ਹਾਸਲ ਕਰਨ ਵਾਸਤੇ ਸਾਨੂੰ ਇੱਕ ਸੁਧਾਰ ਕਰਨਾ ਪਊਗਾ। ਹਾਂ, ਇੱਕ ਕੋਈ ਨਾ ਕੋਈ ਆਰਥਿਕ ਸੁਧਾਰ ਜਿਹੜਾ ਹੋਣਾ ਪਊਗਾ ਵੀ ਜਿਵੇਂ ਜਿਹੜੀ ਮਤਲਬ ਮੈਂ ਜੇ ਇੱਥੇ ਹੋਰ ਐਡ ਕਰਾਂ ਕਿ ਵੀ ਸਾਡੀ ਜਿਹੜੀ ਫਿਸਕਲ ਰਿਸਪੌਂਸਿਬਿਲਿਟੀ ਬਜਟ ਮੈਨੇਜਮੈਂਟ ਜਿਹੜਾ ਐਕਟ ਹੈ FRBM ਜਿਹਨੂੰ ਅਸੀਂ ਕਹਿ ਦਿੰਦੇ ਆ,
ਤਾਂ ਜੀ ਉਹਦੇ ਅਧੀਨ ਜਿਹੜੀਆਂ ਰਾਜਾਂ ਨੇ ਵੀ ਉਹ ਆਪਣੀ ਜਿਹੜੀ ਕੁੱਲ ਰਾਜ ਦੀ ਜਿਹੜੀ ਮਤਲਬ ਆਪਣੀ ਆਮਦਨ ਹੈ ਤਾਂ ਉਹਦਾ ਸਿਰਫ ਹੂੰ 3% ਹੈ ਜਿਹੜਾ ਮਤਲਬ ਆਪਣਾ ਉਧਾਰ ਕਰਜ਼ਾ ਲੈ ਸਕਦੀਆਂ ਨੇ। ਹੂੰ ਤਾਂ ਇਹ ਕੋਵਿਡ-19 ਦੇ ਚਲਦੇ ਉਹਨਾਂ ਨੇ ਮਤਲਬ ਇਹਨੂੰ ਵਧਾ ਕੇ ਕਰਤਾ ਕਿ ਵੀ ਤੁਸੀਂ 3 ਦੀ ਥਾਂ ਦੇ ਉੱਤੇ 5% ਲੈ ਸਕਦੇ ਹੋ। ਵੀ ਜਿਵੇਂ ਆਪਾਂ ਇਹ ਕਹੀਏ ਹੂੰ ਕਿ ਵੀ ਸਾਡਾ ਜਿਹੜਾ ਪੰਜਾਬ ਸਰਕਾਰ ਹੈ ਵੀ ਸਾਡੀ ਪੰਜਾਬ ਦਾ ਜਿਹੜਾ ਰਾਜ ਹੈ ਉਹਦੀ 6 ਲੱਖ ਕਰੋੜ ਸਾਡੀ ਜਿਹੜੀ ਹੈਗੀ ਉਹ ਸਟੇਟ ਜੀਐਸਟੀਪੀ ਬਣਦੀ ਹੈ। ਤਾਂ ਹੂੰ ਉਹਦੇ ਵਿੱਚੋਂ ਜੇ ਆਪਾਂ ਉਹਦਾ ਸੋਚ ਕੇ ਦੇਖੀਏ ਵੀ 3% ਮਤਲਬ ਵੀ ਅਸੀਂ ਜਿਹੜਾ ਹੈਗਾ 18,000 ਕਰੋੜ ਹੈ ਜਿਹੜਾ ਵੀ ਉਹ ਅਸੀਂ ਉਧਾਰ ਲੈ ਸਕਦੇ ਹਾਂ। ਤੇ ਜੇ ਆਪਾਂ 5 ਕਰ ਲਈਏ ਤਾਂ 30,000 ਕਰੋੜ ਬਣਦਾ ਹੈ। ਵੀ ਅਸੀਂ ਹੂੰ 30,000 ਕਰੋੜ ਆ ਜਿਹੜਾ ਲੈ ਸਕਦੇ ਹਾਂ। ਪਰ ਉਹਦੇ ਵਿੱਚ ਕੀ ਹੈ ਕਿ ਵੀ ਤੁਸੀਂ ਜਿਹੜਾ ਐਡੀਸ਼ਨਲ ਤੁਹਾਡੇ 2% ਹੋਣਗੇ ਉਹ ਚੋਂ ਸਿਰਫ ਹੂੰ 1% ਹੀ ਉਹਨਾਂ ਨੇ ਇਹ ਕੀਤਾ ਹੋਇਆ ਹੈ ਕਿ ਵੀ ਤੁਸੀਂ ਉਹ 1% ਆ ਜਿਹੜਾ ਵੀ ਉਹ ਤੁਸੀਂ ਬਿਨਾਂ ਕਿਸੇ ਕੰਡੀਸ਼ਨ ਦੇ ਬਿਨਾਂ ਕਿਸੇ ਸ਼ਰਤ ਦੇ ਹਾਸਲ ਕਰ ਸਕਦੇ ਹੋ। ਬਾਕੀ ਸਾਰਿਆਂ ਦੇ ਉੱਤੇ ਵੀ ਜਾਂ ਬਿਜਲੀ ਸੁਧਾਰ ਕਰੋ ਜਾਂ ਕੋਈ ਜਿਹੜਾ ਹੈਗਾ ਵੀ ਆਪਣੀਆਂ ਜਿਹੜੀਆਂ ਅਰਬਨ ਪ੍ਰਾਪਰਟੀ ਆ ਉਹਦੇ ਉੱਤੇ ਟੈਕਸ ਲਗਾਓ ਜਾਂ ਫਿਰ ਹੂੰ ਕੋਈ ਜਿਹੜਾ ਕਾਰਪੋਰੇਟ ਸੈਕਟਰ ਨੂੰ ਦੀ ਸਹੂਲਤ ਵਾਸਤੇ ਕੁਛ ਨਾ ਕੁਛ ਜਿਹੜੇ ਰੂਲਸ ਨੇ ਉਹਨਾਂ ਨੂੰ ਖਤਮ ਕਰੋ। ਤਾਂ ਇਹੋ ਜਿਹੀਆਂ ਕੁਝ ਸ਼ਰਤਾਂ ਨੇ ਲਾਈਆਂ ਹੋਈਆਂ ਨੇ ਤੇ ਈਵਨ ਜਿਹੜੀ ਆਪਣੀ ਮਤਲਬ ਆਪਾਂ ਐਗਰੀਕਲਚਰ ਨੂੰ ਫ੍ਰੀ ਬਿਜਲੀ ਦਿੰਦੇ ਆ ਉਹਦੇ ਵਿੱਚ ਸੁਧਾਰ ਵੀ ਹੂੰ ਉਹਦੇ ਵਿੱਚ ਸ਼ਾਮਲ ਨੇ। ਬਿਲਕੁਲ। ਤੇ ਇਹ ਬਹੁਤੇ ਸੁਧਾਰ ਜਿਹੜੇ ਸਰਕਾਰ ਨੇ ਜਿਹੜੀ ਇਹ ਬਾਜ਼ਾਰ ਵਿੱਚੋਂ ਰਾਜਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਉਧਾਰ ਲਓ ਜਾਂ ਹੂੰ ਜਿਸ ਤਰ੍ਹਾਂ ਦੇ ਵੀ ਨੇਮ ਬਣ ਰਹੇ ਨੇ ਤੇ ਜਿਹੜੀਆਂ ਉਹਨਾਂ ਤੇ ਸ਼ਰਤਾਂ ਲਾਈਆਂ ਨੇ ਬੰਦਸ਼ਾਂ ਲਾਈਆਂ ਨੇ ਉਹ ਇੱਕ ਤਰ੍ਹਾਂ ਦੀਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਲੋਕ ਮਾਰੂ ਨੇ ਡਾਕਟਰ ਅਨੂਪਮਾ ਹਾਂ ਕਿ ਇਹ ਉਹ ਲੋਕ ਲੋਕ ਮਾਰੂ ਮਾਰੂ ਵੀ ਨੇ ਨੇ। ਤੇ ਕਾਰਪੋਰੇਟ ਨੂੰ ਕਲਚਰ ਨੂੰ ਉਹ ਪ੍ਰਮੋਟ ਕਰਦੀਆਂ ਨੇ। ਬਿਲਕੁਲ ਕਲਚਰ ਪ੍ਰਮੋਟ ਕਰੀਏ ਜਿਵੇਂ ਮੈਂ ਇਹਦੇ ਕੁਝ ਹੋਰ ਜਿਹੜੇ ਟੈਕਨੀਕਲ ਪਹਿਲੂ ਹੈ ਮੈਂ ਉਮੀਦ ਕਰਦੀ ਹਾਂ ਕਿ ਵੀ ਮੈਂ ਥੋੜਾ ਜਿਹਾ ਉਹਨਾਂ ਨੂੰ ਸੌਖੇ ਕਰਕੇ ਦੱਸਦਾ ਵੀ ਬਿਲਕੁਲ ਬਿਲਕੁਲ ਜੀ। ਜਦੋਂ ਵੀ ਆਪਾਂ ਕਰ ਕਰਨੇ ਆ ਤਾਂ ਕਰ ਦਾ ਜਿਹੜਾ ਮੂਲ ਮੰਤਵ ਇਹ ਹੁੰਦਾ ਹੈ ਕਿ ਵੀ ਅਸੀਂ ਲੋਕਾਂ ਵਿੱਚ ਬਰਾਬਰੀ ਲੈ ਕੇ ਆਣੀ ਆ ਵੀ ਕਿਉਂਕਿ ਅਸੀਂ ਮੰਨਦੇ ਹਾਂ ਕਿ ਵੀ ਜਿਹੜਾ ਅਮੀਰ ਤਬਕਾ ਹੈ ਵੀ ਉਹਦੀ ਅਦਾ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਇੱਕ ਗਰੀਬ ਬੰਦੇ ਨਾਲੋਂ ਜਾਂ ਇੱਕ ਘੱਟ ਆਮਦਨ ਵਾਲੇ ਬੰਦੇ ਨਾਲੋਂ ਜ਼ਿਆਦਾ ਹੁੰਦੀ ਹੈ। ਤਾਂ ਜੀ ਅਸੀਂ ਉਹਨੂੰ ਪ੍ਰਗਤੀਸ਼ੀਲ ਕਰ ਕਹਿੰਦੇ ਆ ਵੀ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਵੀ ਜੇ ਕਿਸੇ ਦੀ ਆਮਦਨ ਇੱਕ ਖਾਸ ਪੱਧਰ ਤੋਂ ਵੱਧ ਹੈ ਤਾਂ ਉਹਦੇ ਉੱਤੇ ਮੰਨ ਲਓ ਵੀ ਆਪਾਂ ਇਹ ਕਹੀਏ ਵੀ 30% ਕਰ ਲੱਗਿਆ ਕੋਈ ਸਾਡੀਆਂ ਜਿਹੜੀਆਂ ਟੈਕਸ ਦੀਆਂ ਜਿਹੜੀਆਂ ਸਲੈਬ ਹੁੰਦੀਆਂ ਨੇ ਤੇ ਜਿਹੜਾ ਹੂੰ ਮਤਲਬ ਇੱਕ ਖਾਸ ਪੱਧਰ ਦੇ ਉੱਤੇ ਮੰਨ ਲਓ ਆਪਾਂ ਕਹਦੇ ਵੀ 10% ਲੱਗਿਆ ਤੇ ਇੱਕ ਖਾਸ ਪੱਧਰ ਦੇ ਵਾਸਤੇ ਕੋਈ ਕਰ ਨਹੀਂ ਹੈਗਾ ਵੀ 0% ਕਰ ਹੈ। ਤਾਂ ਹੂੰ ਇਹ ਪ੍ਰਗਤੀਸ਼ੀਲ ਕਰ ਹੈ ਜਿਹਦੇ ਬਾਰੇ ਅਸੀਂ ਕਹਿੰਦੇ ਆ ਕਿ ਵੀ ਜਿਹੜਾ ਵੱਧ ਸਮਰੱਥਾ ਰੱਖਦਾ ਹੈ ਉਹ ਵੱਧ ਅਦਾ ਕਰੇ ਤੇ ਜਿਹੜਾ ਘੱਟ ਹੂੰ ਸਮਰੱਥਾ ਰੱਖਦਾ ਹੈ ਜਾਂ ਅਦਾ ਨਾ ਕਰੇ ਜਾਂ ਆਪਣੀ ਸਮਰੱਥਾ ਦੇ ਮੁਤਾਬਕ ਘੱਟ ਅਦਾ ਕਰੇ। ਹੂੰ ਤੇ ਇਹਦੇ ਉਲਟ ਹੋ ਕੀ ਰਿਹਾ ਹੈ ਕਿ ਜਿਹੜਾ ਇਹ ਜੀਐਸਟੀ ਵਾਲਾ ਕਰ ਹੈ ਇਹ ਅਸਲ ਦੇ ਵਿੱਚ ਪ੍ਰਗਤੀਸ਼ੀਲ ਨਹੀਂ ਹੈਗਾ। ਇਹ ਉਲਟ ਕਰ ਹੈ ਜਿਹਨੂੰ ਕਿ ਅਸੀਂ ਇੰਗਲਿਸ਼ ਦੇ ਵਿੱਚ ਰਿਗਰੈਸਿਵ ਕਹਿ ਦਿੰਦੇ ਆ ਵੀ ਉਹ ਪ੍ਰੋਗਰੈਸਿਵ ਨਹੀਂ ਹੈ ਡਿਗਰੈਸਿਵ ਰਿਗਰੈਸਿਵ ਹੈ। ਇਹਦਾ ਮਤਲਬ ਕੀ ਹੂੰ ਹੁੰਦਾ ਹੈ ਗਰੀਬ ਦੇ ਉੱਤੇ ਵੱਧ ਬੋਝ ਪਊਗਾ ਅਮੀਰ ਦੇ ਉੱਤੇ ਘੱਟ ਹੂੰ ਬੋਝ ਪਊਗਾ। ਹੂੰ ਤੇ ਹੂੰ ਜੇ ਮੈਂ ਇਹਨੂੰ ਕਾਰਪੋਰੇਟ ਸੈਕਟਰ ਇਹਦੇ ਵਿੱਚ ਮਤਲਬ ਸਮੁੱਚੇ ਰੂਪ ਦੇ ਵਿੱਚ ਸ਼ਾਮਲ ਨਾ ਵੀ ਕਰਾਂ ਮੰਨ ਲਓ ਪਹਿਲਾਂ ਆਪਾਂ ਇਕੱਲੇ ਇੱਕ ਆਮ ਉਪਭੋਗੀ ਦੀ ਗੱਲ ਕਰੀਏ ਤਾਂ ਹੂੰ ਜਿਹੜਾ ਇੱਕ ਅਸੀਂ ਜਦੋਂ ਇੱਕ ਕਰ ਦੀ ਗੱਲ ਕਰਦੇ ਹਾਂ ਤਾਂ ਇੱਕ ਕਰ ਦਾ ਮਤਲਬ ਇਹ ਹੈ ਕਿ ਵੀ ਅਸੀਂ ਸਾਰੀਆਂ ਜਿਹੜੀਆਂ ਕਮੋਡਿਟੀਜ਼ ਨੇ ਜਿੰਨੇ ਵੀ ਸਾਡੀਆਂ ਵਸਤੂਆਂ ਹੈਗੀਆਂ ਚਾਹੇ ਉਹ ਜ਼ਰੂਰਤ ਦੀਆਂ ਵਸਤੂਆਂ ਨੇ ਚਾਹੇ ਉਹ ਦੂਜੀਆਂ ਸਾਡੀਆਂ ਆਰਾਮ ਦੀਆਂ ਵਸਤੂਆਂ ਨੇ ਜਾਂ ਐਸ਼ ਇਸ਼ਰਤ ਦੀਆਂ ਵਸਤੂਆਂ ਨੇ ਵੀ ਹੂੰ ਫਾਈਨਲੀ ਹੂੰ ਅਸੀਂ ਉਹਨਾਂ ਦੇ ਉੱਤੇ ਇੱਕ ਰੇਟ ਲੈ ਆਣਾ ਵੀ ਹੂੰ ਕਿਸੇ ਵੀ ਤਰੀਕੇ ਦੇ ਨਾਲ ਹਨਾ। ਬਹੁਤ ਮਤਲਬ ਬਹੁਤ ਜ਼ਰੂਰੀ ਨਹੀਂ ਵੀ ਜਿਹੜੀਆਂ ਆਪਾਂ ਕਹੀਏ ਕਿ ਆਮ ਜ਼ਰੂਰੀ ਜਿਹੜੀਆਂ ਵਸਤੂਆਂ ਹੈਗੀਆਂ ਨੇ ਉਹਨਾਂ ਤੇ ਇੱਕ ਹੂੰ ਕਰ ਲੈ ਹੂੰ ਆਵਾਂਗੇ ਤੇ ਫਿਰ ਉਹ ਸ਼ਬਦ ਯੂਜ਼ ਕਰਦੇ ਨੇ ਰੈਵਨਿਊ ਨਿਊਟਰੈਲਿਟੀ ਵੀ ਉਹਦਾ ਰੈਵਨਿਊ ਉਹਦਾ ਅਰਥ ਨਿਊਟਰੈਲਿਟੀ ਰੈਵਨਿਊ ਹੂੰ ਨਿਊਟਰੈਲਿਟੀ ਉਹਦਾ ਅਰਥ ਇਹ ਹੈ ਕਿ ਵੀ ਜੀਐਸਟੀ ਲੱਗਣ ਤੋਂ ਪਹਿਲਾਂ ਸਰਕਾਰਾਂ ਹੂੰ ਮਤਲਬ ਇਹਨਾਂ ਵਸਤੂਆਂ ਦੇ ਉੱਤੇ ਕਰ ਲਗਾਉਣ ਦੇ ਨਾਲ ਜਿੰਨਾ ਜਿੰਨਾ ਮਾਲੀਆ ਇਕੱਠਾ ਕਰਦੀਆਂ ਸੀਗੀਆਂ ਤੇ ਜੀਐਸਟੀ ਤੋਂ ਹੂੰ ਬਾਅਦ ਓਨਾ ਹੀ ਇਕੱਠਾ ਹੋਵੇ ਵੀ ਤਾਂ ਕਿ ਜੀਐਸਟੀ ਲੱਗਣ ਦੇ ਨਾਲ ਕੋਈ ਫਰਕ ਨਾ ਪਵੇ ਵੀ ਨਿਊਟਰਲ ਹੋਵੇ ਉਹ। ਹੂੰ ਠੀਕ ਹੈ। ਹੁਣ ਜੇ ਜੀ ਅਸੀਂ ਇੱਕ ਕਰ ਸਮਝਦੇ ਹਾਂ ਕਿ ਵੀ ਸਾਰੀਆਂ ਵਸਤੂਆਂ ਦੇ ਉੱਤੇ ਇੱਕ ਕਰ ਲੱਗੂਗਾ ਹਾਲਾਂਕਿ ਹਜੇ 7 ਸਲੈਬ ਨੇ ਪਰ ਅਲਟੀਮੇਟਲੀ ਅਸੀਂ ਸੋਚਦੇ ਹਾਂ ਕਿ ਇਹ ਵਨ ਟੈਕਸ ਵਨ ਨੇਸ਼ਨ ਹੋਊਗਾ ਮਤਲਬ ਵੀ ਸਾਰੀ ਦੇਸ਼ ਦੇ ਵਿੱਚ ਸਾਰੀਆਂ ਵਸਤੂਆਂ ਦੇ ਉੱਤੇ ਅਸੀਂ ਇੱਕੋ ਕਰ ਲਗਾ ਰਹੇ ਹੋਵਾਂਗੇ। ਹੂੰ ਠੀਕ ਹੈ। ਹੂੰ ਹੁਣ ਮਤਲਬ ਵਨ ਟੈਕਸ ਕਰਨਾ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਵੀ ਜਿਹੜੀਆਂ ਵਸਤੂਆਂ ਦੇ ਉੱਤੇ 5% ਕਰ ਲੱਗਦਾ ਸੀਗਾ ਮੰਨ ਲਓ ਠੀਕ ਹੈ ਇੱਕ ਹੂੰ ਵਸਤੂ ਸਾਡੇ ਕੋਲੇ ਹੈਗੀ 5% ਇੱਕ ਵਸਤੂ ਜੀ ਹੈਗੀ ਹੈ ਮੰਨ ਲਓ ਵੀ ਆਪਾਂ ਇਹ ਕਹਿ ਦਈਏ ਕਿ 15% ਮੈਂ ਉਹੀ ਮਤਲਬ 15% ਵਾਲਾ ਸਾਡਾ ਕੋਈ ਸਲੈਬ ਨਹੀਂ ਹੈਗੀ ਪਰ ਮੈਂ ਉਹੀ ਐਗਜ਼ਾਮਪਲ ਲੈਣ ਵਾਸਤੇ ਕਹਿ ਰਹੀ ਹਾਂ ਵੀ ਹੂੰ ਹੂੰ 15% ਇਹਦਾ ਮਤਲਬ ਪਲੱਸ 5 20 ਹੋ ਗਿਆ। ਠੀਕ ਹੈ। ਤੇ ਬਿਲਕੁਲ 20 ਦੀ ਔਸਤ ਹੋ ਗਈ 10% ਹੂੰ ਤਾਂ ਸਾਰਿਆਂ ਦੇ ਉੱਤੇ 10% ਕਰ ਹੋ ਗਿਆ। ਤਾਂ ਜਦੋਂ ਅਸੀਂ ਵਨ ਟੈਕਸ ਦੀ ਗੱਲ ਕਰਾਂਗੇ ਤਾਂ 5% ਵਾਲੀ ਕਰ ਵਾਲੀ ਜਿਹੜੀ ਵਸਤੂ ਹੈ ਉਹ ਵੀ 10% ਦੇ ਘੇਰੇ ਵਿੱਚ ਆ ਜਾਊਗੀ ਜਿਹੜੀ ਹੂੰ 15% ਵਾਲੀ ਜਿਹੜੀ ਵਸਤੂ
ਹੈ ਉਹ ਉਹਦੇ ਉੱਤੇ ਘੱਟ ਕੇ 10% ਰਹਿ ਜਾਊਗਾ। ਤਾਂ ਹੂੰ ਇਹਦਾ ਕੀ ਹੋਇਆ ਕਿ ਜ਼ਰੂਰੀ ਵਸਤਾਂ ਦੇ ਉੱਤੇ ਟੈਕਸ ਵੱਧ ਜਾਊਗਾ ਤੇ ਹੂੰ ਜਿਹੜੀਆਂ ਮਤਲਬ ਥੋੜੀਆਂ ਜਿਹੀਆਂ ਗੈਰ ਜ਼ਰੂਰੀ ਨੇ ਜਾਂ ਐਸ਼ ਵਾਲੀਆਂ ਵਸਤੂਆਂ ਨੇ ਉਹਨਾਂ ਦੇ ਉੱਤੇ ਟੈਕਸ ਘੱਟ ਜਾਊਗਾ। ਹੂੰ ਤਾਂ ਤੇ ਹੋਊਗਾ ਕੀ ਇਹਦਾ ਹੁਣ ਤੁਸੀਂ ਅਰਥ ਸਮਝ ਸਕਦੇ ਹੋ ਕਿ ਵੀ ਗਰੀਬ ਨੂੰ ਹੂੰ ਮਾਰ ਪਊਗੀ। ਅਮੀਰ ਜਿਹੜਾ ਹੂੰ ਤਬਕਾ ਹੈ ਜਿਹੜਾ ਕਿ ਐਸ਼ ਇਸ਼ਰਤ ਦੀਆਂ ਵਸਤੂਆਂ ਨੂੰ ਵਰਤੋਂ ਕਰਦਾ ਹੈ ਵੀ ਉਹਨਾਂ ਦਾ ਹੂੰ ਜਿਹੜਾ ਹੈਗਾ ਵੀ ਉਹਨਾਂ ਦਾ ਟੈਕਸ ਜਿਹੜਾ ਉਹ ਘਟ ਜਾਊਗਾ। ਤਾਂ ਇਹ ਕਿਹੜੇ ਪਾਸੇ ਦੀ ਬਰਾਬਰੀ ਹੋਈ? ਬਿਲਕੁਲ ਹੁਣ ਇਹਦੇ ਵਿੱਚ ਇਹ ਰਿਗਰੈਸਿਵ ਟੈਕਸ ਹੋਇਆ ਜਿਹਦੇ ਵਿੱਚ ਕਿ ਗਰੀਬ ਦੇ ਉੱਤੇ ਵੱਡਾ ਬੋਝ ਪਊਗਾ ਤੇ ਅਮੀਰ ਹੂੰ ਦੇ ਉੱਤੇ ਜਿਹੜਾ ਹੈਗਾ ਬੋਝ ਹੈ ਉਹ ਪਹਿਲਾਂ ਨਾਲੋਂ ਘਟ ਜਾਊਗਾ। ਠੀਕ ਤੇ ਹੈ ਤੇ ਇਸ ਹਾਂਜੀ 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 ਤੁਸੀਂ ਦੱਸੋ। ਹਾਂਜੀ ਨਹੀਂ ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਅਸੀਂ ਆਹ ਹੀ ਪੱਖ ਜਿਹੜੇ ਨੇ ਇਹਦੇ ਜੀਐਸਟੀ ਦੇ ਨਾਂ ਤੇ ਜਿਸ ਤਰ੍ਹਾਂ ਦਾ ਵੀ ਰਾਜਾਂ ਦਾ ਤੇ ਕੇਂਦਰ ਦੇ ਇਸ ਕਲੇਸ਼ ਦੇ ਬਹਾਨੇ ਅਸੀਂ ਆਮ ਲੋਕਾਂ ਤੱਕ ਇਹੀ ਪਹੁੰਚਾਉਣਾ ਚਾਹੁੰਦੇ ਆ ਕਿ ਇਹਦੇ ਅਰਥ ਕੀ ਨੇ, ਜਿਹੜੇ ਆਮ ਪੇਂਡੂ ਨੂੰ, ਆਮ ਛੋਟੇ ਸ਼ਹਿਰ ਦੇ ਨਾਗਰਿਕ ਨੂੰ ਵੀ ਸਮਝ ਆ ਜਾਣ। ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿਉਂਕਿ ਜਦੋਂ ਫਿਰ ਸਰਕਾਰਾਂ ਪ੍ਰਚਾਰ ਕਰਦੀਆਂ ਨੇ ਉਦੋਂ ਉਹ ਆਪਣੇ ਆਪ ਨੂੰ ਬਹੁਤ ਲੋਕ ਹਿਤੈਸ਼ੀ ਅਖਵਾਉਂਦੀਆਂ ਨੇ ਤੇ ਇਹ ਲੋਕ ਹਿੱਤ ਨੇ ਜਾਂ ਜਿਹੜਾ ਕਾਰਪੋਰੇਟ ਸੈਕਟਰ ਦੇ ਹਿੱਤ ਪੂਰੇ ਜਾ ਰਹੇ ਨੇ। ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਲੋਕਾਂ ਨੂੰ ਸਪਸ਼ਟ ਸਮਝ ਲੱਗ ਜਾਵੇ। ਸਾਨੂੰ ਇਹ ਥੋੜਾ ਜਿਹਾ ਹੋਰ ਖੁਲਾਸਾ ਵਿਸਥਾਰ ਚ ਤੇ ਸਾਦੇ ਸ਼ਬਦਾਂ ਚ ਅਨੁਪਮਾ ਜੀ ਹੋਰ ਕਰ ਦਿਓ। ਦੇਖੋ ਇੱਕ ਮੈਂ ਇਹ ਕਹਿੰਦੀ ਆ ਕਿ ਵੀ ਚਲੋ ਤੁਸੀਂ ਵਨ ਟੈਕਸ ਦੀ ਗੱਲ ਕਰਦੇ ਹੋ ਹਨਾ। ਤਾਂ ਹੂੰ ਜਿਹੜਾ ਇੱਕ ਕਰ ਹੈ ਨਾ ਇਹ ਸਿਧਾਂਤਕ ਤੌਰ ਦੇ ਉੱਤੇ ਮਤਲਬ ਕਰ ਦਾ ਇੱਕੋ ਦਰ ਸਿਧਾਂਤਕ ਤੌਰ ਦੇ ਉੱਤੇ ਉਹਨਾਂ ਦੇਸ਼ਾਂ ਵਿੱਚ ਜਾਂ ਉਹਨਾਂ ਖੇਤਰਾਂ ਵਿੱਚ ਸਕਸੈਸਫੁਲ ਹੋ ਸਕਦਾ ਹੈ ਜਿੱਥੇ ਕਿ ਨਾ ਹੂੰ ਮਤਲਬ ਅਸੀਂ ਕਹੀਏ ਲੋਕਾਂ ਦੀਆਂ ਉਪਭੋਗ ਦੀਆਂ ਜਿਹੜੀਆਂ ਆਦਤਾਂ ਨੇ ਉਹ ਇੱਕੋ ਜੀਆਂ ਨੇ। ਜੀ ਜਿਵੇਂ ਮੈਂ ਇੱਕ ਛੋਟੀ ਜਿਹੀ ਇੱਕ ਐਗਜ਼ਾਮਪਲ ਲੈਣੀ ਆ ਵੀ ਅਸੀਂ ਪੰਜਾਬੀ ਲੋਕ ਆ ਜਿਹੜੇ ਸਾਡੇ ਵਾਸਤੇ ਜਿਹੜੀ ਰੋਟੀ ਹੈ ਉਹ ਇੱਕ ਜ਼ਰੂਰੀ ਚੀਜ਼ ਹੈ। ਬਿਲਕੁਲ ਜਿਹੜੇ ਸਾਡੇ ਵਾਸਤੇ ਚੌਲ ਨੇ ਜਿਹੜੇ ਉਹ ਸਾਡੇ ਹੂੰ ਮਤਲਬ ਕਦੇ ਕਦੇ ਬਣਨ ਵਾਲੀ ਗੱਲ ਹੈ ਵੀ ਆਪਾਂ ਆਏ ਗਏ ਤੇ ਚੜਾਉਂਦੇ ਆ ਜਾਂ ਹੂੰ ਆਪਾਂ ਜਿਹੜਾ ਹੈਗਾ ਆਪਾਂ ਇਹ ਵੈਸੇ ਕਦੇ ਸ਼ੌਕ ਨਾਲ ਖਾ ਲੈਂਦੇ ਆ ਵੀ ਸਾਡਾ ਇਹ ਰੋਜ਼ ਦਾ ਖਾਣਾ ਨਹੀਂ ਹੈਗਾ ਚੌਲ। ਹੂੰ ਹੂੰ ਠੀਕ ਹੈ ਜਿਹੜੇ ਸਾਊਥ ਇੰਡੀਅਨ ਨੇ ਤਾਂ ਸਾਊਥ ਇੰਡੀਅਨ ਨੇ ਜਿਹੜੇ ਉਹਨਾਂ ਵਾਸਤੇ ਜਿਹੜੀ ਮਤਲਬ ਆਪਣੀ ਕਣਕ ਹੈ ਉਹ ਉਨੀ ਜ਼ਰੂਰੀ ਚੀਜ਼ ਨਹੀਂ ਹੈਗੀ ਜਿੰਨੇ ਉਹਨਾਂ ਵਾਸਤੇ ਚੌਲ ਜ਼ਰੂਰੀ ਚੀਜ਼ ਨੇ। ਚੌਲ ਜ਼ਰੂਰੀ ਨੇ ਬਿਲਕੁਲ। ਠੀਕ ਹੈ ਤੇ ਕਿਉਂਕਿ ਹੂੰ ਉਹਨਾਂ ਦੀਆਂ ਉਹੋ ਜਿਹੀਆਂ ਉਪਭੋਗ ਦੀਆਂ ਆਦਤਾਂ ਨੇ ਵੀ ਹੂੰ ਇਹਨੂੰ ਤੁਸੀਂ ਹੋਰ ਕੁਝ ਜੇ ਖੁਲਾਸਾ ਕਰਨਾ ਹੋਵੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਸਾਡੇ ਵਾਸਤੇ ਰੋਟੀ ਜ਼ਰੂਰੀ ਆ ਸਾਡੇ ਵਾਸਤੇ ਡੋਸਾ ਓਡਾ ਜ਼ਰੂਰੀ ਨਹੀਂ ਹੈਗਾ। ਹੂੰ 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 ਉਹਨਾਂ ਦੇ ਡੋਸਾ ਇਡਲੀ ਸਾਂਬਰ ਵੜਾ ਇਹ ਸਾਡੀਆਂ ਤਾਂ ਹਾਂ ਸਨੈਕਸ ਨੇ ਸਾਡੇ ਸਾਡਾ ਇਹ ਸਨੈਕਸ ਰੋਜ਼ ਨੇ। ਦਾ ਖਾਣਾ ਨਹੀਂ। ਠੀਕ ਹੈ ਹੂੰ ਤੇ ਉਹਨਾਂ ਵਾਸਤੇ ਇਹ ਚੀਜ਼ਾਂ ਨੇ ਜਿਹੜੀਆਂ ਉਹ ਉਹਨਾਂ ਦੇ ਰੋਜ਼ ਦੇ ਖਾਣੇ ਦਾ ਹਿੱਸਾ ਨੇ ਮਤਲਬ ਵੀ ਕਿਉਂਕਿ ਹੂੰ ਉਹਨਾਂ ਦਾ ਉਪਭੋਗ ਦੇ ਜਿਹੜੇ ਉਹਨਾਂ ਦਾ ਮਤਲਬ ਵੈਸੇ ਵੀ ਉਹਨਾਂ ਦਾ ਕਲਾਈਮੇਟ ਇਹੋ ਜਿਹਾ ਹੈ। ਹੁਣ ਤੁਸੀਂ ਜੀ ਸੋਚ ਕੇ ਜੀ ਦੇਖੋ ਵੀ ਡੋਸੇ ਦਾ ਤੇ ਫੁਲਕੇ ਦਾ ਉੱਤੇ ਇੱਕੋ ਜਿਹਾ ਕਰ ਹੋ ਜਾਵੇ। ਬਿਲਕੁਲ ਇਹ ਵੱਖ-ਵੱਖ ਸੂਬਿਆਂ ਮਤਲਬ ਲਈ ਤੁਸੀਂ ਵੱਖੋ ਵੱਖਰੀ ਉਹਨਾਂ ਤੇ ਇੱਕ ਤਰ੍ਹਾਂ ਦਾ ਧੱਕਾ ਹੋ ਗਿਆ। ਉਹਦਾ ਧੱਕਾ ਹੋ ਗਿਆ ਵੀ ਜਿਵੇਂ ਹੁਣ ਵੀ ਇਹ ਕਹੀਏ ਵੀ ਇੱਕ ਗਰੀਬ ਨੇ ਇੱਕ ਫੁਲਕਾ ਖਾਣਾ ਹੈ ਉਹਨੇ ਸਾਦਾ ਫੁਲਕਾ ਹੂੰ ਖਾਣਾ ਹੈ ਹੂੰ ਮੰਨ ਲਓ 5% ਟੈਕਸ ਪਾ ਦਈਏ ਵੀ ਗਰੀਬ ਆ ਜਿਹੜਾ ਹੂੰ ਵੀ ਉਹ 5% ਟੈਕਸ ਦੇ ਰਿਹਾ ਆਪਣੇ ਸਾਦੇ ਫੁਲਕੇ ਦੇ ਹੂੰ ਉੱਤੇ ਤੇ ਸਾਡੇ ਹੂੰ ਜਿਹੜੇ ਮਤਲਬ ਮੱਧ ਵਰਗ ਦੇ ਬੰਦੇ ਹੈਗੇ ਆ ਅਸੀਂ ਸ਼ਾਮ ਨੂੰ ਅਸੀਂ ਮਤਲਬ ਮਾੜੀ ਮੋਟੀ ਆਪਦੀ ਜਿਹੜੀ ਹੈਗੀ ਆ ਵੀ ਗੱਲਾਂ ਬਾਤਾਂ ਮਾਰਨ ਲਈ ਆਪਣਾ ਟਾਈਮ ਪਾਸ ਕਰਨ ਵਾਸਤੇ ਅਸੀਂ ਮਤਲਬ ਕਿਸੇ ਈਟਿੰਗ ਪਲੇਸ ਦੇ ਉੱਤੇ ਜਾਂਦੇ ਆ ਅਸੀਂ ਡੋਸਾ ਖਾਂਦੇ ਆ ਤੇ ਅਸੀਂ ਵੀ 5% ਟੈਕਸ ਦੇ ਕੇ ਆਉਂਦੇ ਆ। ਹੂੰ ਬਿਲਕੁਲ ਠੀਕ ਹੈ ਨਾ ਤੇ ਇਹ ਉਸ ਹਿਸਾਬ ਨਾਲ ਹਾਂਜੀ ਉਸ ਹਿਸਾਬ ਨਾਲ ਇਹ ਗਰੀਬਾਂ ਉੱਤੇ ਵੱਧ ਬੋਝ ਪੈ ਰਿਹਾ ਏ। ਇਹਨੂੰ ਹੂੰ 5% ਨੂੰ ਆਪਾਂ ਐ ਨਾ ਕਹੀਏ ਵੀ 5% ਅਮੀਰਾਂ ਦੇ ਉੱਤੇ ਤੇ 5% ਗਰੀਬਾਂ ਦੇ ਉੱਤੇ ਤਾਂ ਮਤਲਬ ਸਮਾਨ ਹੋ ਗਿਆ। ਅਸਲ ਦੇ ਵਿੱਚ ਇਹ ਹੈ ਹੂੰ ਕਿ ਵੀ ਜਿਹੜਾ ਬੰਦਾ 100 ਰੁਪਏ ਕਮਾਉਂਦਾ ਏ ਉਹਦੇ ਵਾਸਤੇ 5 ਰੁਪਏ ਦਾ ਬਹੁਤ ਵੱਡਾ ਮਹੱਤਵ ਹੈ। ਹੂੰ ਜਿਹੜਾ ਬੰਦਾ 1000 ਰੁਪਏ ਕਮਾਉਂਦਾ ਏ ਉਹਦੇ 5% ਨੇ ਜਿਹੜੇ ਉਹ ਵੀ ਘਟ ਜਾਂਦੇ ਨੇ ਤੇ ਜੇ ਉਹਨੂੰ 1000 ਦੇ ਵਿੱਚੋਂ 5 ਦੇ ਪੂਰੇ 5 ਵੀ ਦੇਣੇ ਪੈ ਜਾਣ ਤਾਂ ਉਹਦੇ ਵਾਸਤੇ 5 ਰੁਪਏ ਨੇ ਜਿਹੜੇ ਉਹ ਓਨਾ ਮਹੱਤਵ ਨਹੀਂ ਰੱਖਦੇ ਹੈਗੇ ਜਿੱਡਾ ਗਰੀਬ ਵਾਸਤੇ 5 ਰੁਪਏ ਦਾ ਮਹੱਤਵ ਰੱਖਦਾ ਹੈ। ਜੀ ਜੀ ਜਿੱਥੇ ਸਾਧਨ ਘੱਟ ਨੇ ਕਮਾਈ ਦੇ ਤੇ ਜਿੱਥੇ ਰੋਜ਼ਗਾਰ ਹਾਂ ਦੇ ਸਾਧਨ ਘੱਟ ਨੇ ਤੇ ਉਹਨਾਂ ਦੀਆਂ ਉਜਰਤਾਂ ਵੀ ਘੱਟ ਨੇ ਉੱਥੇ ਲੋਕਾਂ ਤੇ ਇਸ ਤਰ੍ਹਾਂ ਦਾ ਬੋਝ ਪੈਂਦਾ ਹੈ। ਜਾਣੀ ਕਿ ਇਹ ਜਿਹੜੇ ਰਿਗਰੈਸਿਵ ਕਰ ਜਿਹੜਾ ਜੋ ਸਰਕਾਰ ਨੇ ਕੇਂਦਰ ਨੇ ਇਸ ਵੇਲੇ ਲਾਏ ਨੇ ਇਸ ਤਰ੍ਹਾਂ ਇਹਨਾਂ ਨੂੰ ਹੋਰ ਨਵਿਆਇਆ ਜਾ ਰਿਹਾ ਹੈ ਜਾਂ ਅੱਗੇ ਨੂੰ ਇਹਨਾਂ ਦੀਆਂ ਹੋਰ ਯੋਜਨਾਵਾਂ ਨੇ। ਤੇ ਡਾਕਟਰ ਅਨੂਪਮਾ ਸਾਨੂੰ ਇਹ ਦੱਸੋ ਕਿ ਰਾਜਾਂ ਦੇ ਬਾਜ਼ਾਰ ਵਿੱਚੋਂ ਉਧਾਰ ਲੈਣ ਦੇ ਇੱਕ ਤਾਂ ਇਹ ਹੋ ਗਿਆ ਕਿ ਉਹਨਾਂ ਨੂੰ ਇਹ ਉਧਾਰ ਲੈਣ ਲਈ ਵੀ ਕੇਂਦਰ ਦੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂ ਜੋ ਮੋਟੇ ਜਿਹੇ ਰੂਪ ਵਿੱਚ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈਗੀਆਂ ਜਿਹੋ ਜਿਹੀਆਂ ਸ਼ਰਤਾਂ। ਤੇ ਹੋਰ ਕੀ ਮਾਇਨੇ ਨੇ ਰਾਜਾਂ ਦੇ ਬਾਜ਼ਾਰ ਵਿੱਚੋਂ ਉਧਾਰ ਚੁੱਕਣ ਦੇ ਇਹ ਜੀਐਸਟੀ ਦੇ ਦੀਆਂ ਉਹਦੀਆਂ ਜਿਹੜੀਆਂ ਕਮੀ ਕੰਪਨਸੇਟ ਕਰਨ ਲਈ ਉਹਨੂੰ ਉਹ ਖਰਚੇ ਪੂਰੇ ਕਰਨ ਲਈ।
ਜਦੋਂ ਆਪਾਂ ਮਤਲਬ ਲੋਕਤੰਤਰ ਦੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਮੈਂ ਮਤਲਬ ਇਹਦੀ ਹੂੰ ਇਹਦੀ ਉਹਦਾ ਪੋਲੀਟੀਕਲ ਐਂਗਲ ਜਿਹੜਾ ਮੈਂ ਉਹਦੀ ਗੱਲ ਕਰਦੀ ਹਾਂ, ਬਾਅਦ ਵਿੱਚ ਆਪਾਂ ਜਿਹੜਾ ਹੈਗਾ ਵੀ ਖਰਚਿਆਂ ਦੀ ਪੂਰਤੀ ਤੇ ਆਵਾਂਗੇ। ਤਾਂ ਜੀ ਜਿਹੜੀ ਜਦੋਂ ਆਪਾਂ ਲੋਕਤੰਤਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਵੀ ਹਰੇਕ ਬੰਦੇ ਨੂੰ ਵੀ ਹੂੰ ਆਪਣੀ ਜਿਹੜੀ ਚੋਣ ਦਾ ਆਪਣੀ ਸਮਝ ਦੇ ਮੁਤਾਬਕ ਉਹਦਾ ਅਧਿਕਾਰ ਹੋਣਾ ਚਾਹੀਦਾ। ਵੀ ਉਹ ਬਿਲਕੁਲ ਚਾਹੇ ਜਿਹੜੀ ਮਰਜ਼ੀ ਮਤਲਬ ਵੀ ਜਿਵੇਂ ਹੁਣ ਵੀ ਵਿਚਾਰਧਾਰਾਵਾਂ ਨੇ ਆਪਣੇ, ਆਪਾਂ ਸਾਰੇ ਜਾਣੇ ਅਲੱਗ-ਅਲੱਗ ਵਿਚਾਰਧਾਰਾਵਾਂ ਨੂੰ ਆਪਾਂ ਜਿਹੜਾ ਹੈਗਾ ਵੀ ਹੂੰ ਬਿਲੋਂਗ ਕਰਦੇ ਹਾਂ। ਤੇ ਵੀ ਜੋ ਹੂੰ ਪੰਜਾਬ ਦੇ ਵਿੱਚ ਆਪਾਂ ਦੇਖੀਏ ਕਿ ਕੁਝ ਲੋਕਾਂ ਵਾਸਤੇ ਅਕਾਲੀਆਂ ਦੀ ਪਸੰਦ ਹੋ ਸਕਦੀ ਹੈ, ਕੁਝ ਕਾਂਗਰਸੀਆਂ ਦੀ ਪਸੰਦ ਹੋ ਹੂੰ ਸਕਦੀ ਹੈ, ਕੁਝ ਹੂੰ ਆਪ ਨੂੰ ਪਸੰਦ ਕਰਦੇ ਹੋ ਸਕਦੇ, ਕੁਝ ਜਿਹੜੇ ਇਹ ਸਾਡੇ ਹੂੰ ਖੱਬੇ ਪੱਖੀ ਧਿਰਾਂ ਨੇ ਉਹਨਾਂ ਨੂੰ ਖੱਬੇ ਪਸੰਦ ਪੱਖੀ ਕਰਦੇ ਹੋ ਧਿਰਾਂ ਸਕਦੇ ਆ। ਨਾਲ ਤਾਂ ਨੇ। ਡੈਮੋਕ੍ਰੇਸੀ ਦੇ ਵਿੱਚ ਮਤਲਬ ਇੱਕ ਸਿਟੀਜ਼ਨ ਹੋਣ ਦੇ ਨਾਤੇ ਮੇਰਾ ਇਹ ਹੱਕ ਬਣਦਾ ਹੈ ਕਿ ਵੀ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਵੀ ਧਿਰ ਹੋਵੇ ਮੈਂ ਉਹਨੂੰ ਚੁਣ ਲਵਾਂ। ਹੂੰ ਠੀਕ ਹੈ। ਤੇ ਜਿਹੜੀਆਂ ਇਹ ਸਾਰੀਆਂ ਮਤਲਬ ਧਿਰਾਂ ਹੈਗੀਆਂ ਨੇ, ਜਾਂ ਕਹਿ ਲਓ ਵੀ ਸਿਆਸੀ ਪਾਰਟੀਆਂ ਨੇ, ਇਹ ਸਾਰੀਆਂ ਹੂੰ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਏਜੰਡੇ ਦੇ ਉੱਤੇ, ਕਿਸੇ ਨਾ ਕਿਸੇ ਮੈਨੀਫੈਸਟੋ ਦੇ ਉੱਤੇ ਲੜਦੀਆਂ। ਹੂੰ ਠੀਕ ਹੈ। ਪੰਜਾਬ ਦੇ ਹੂੰ ਸੰਬੰਧ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਮੈਨੀਫੈਸਟੋ, ਇਹ ਕਿਸਾਨਾਂ ਨੂੰ ਬਿਜਲੀ ਫ੍ਰੀ ਕਰ ਦੇਣ ਦਾ ਮੈਨੀਫੈਸਟੋ ਹੋ ਸਕਦਾ ਹੈ। ਇਹ ਹੂੰ ਮੈਨੀਫੈਸਟੋ ਹੈ ਜਿਹੜਾ ਉਹ ਆਮ ਲੋਕਾਂ ਵਾਸਤੇ ਜਿਹੜੀਆਂ ਮਤਲਬ ਜਨਤਕ ਸਹੂਲਤਾਂ ਨੇ ਉਹ ਹੂੰ ਸਸਤੀਆਂ ਕਰਨ ਜਾਂ ਮਤਲਬ ਮੁਫਤ ਕਰਨ ਦੇ ਉੱਤੇ ਹੋ ਸਕਦਾ ਹੈ। ਵੀ ਇਸ ਹੂੰ ਤਰ੍ਹਾਂ ਦਾ ਹੂੰ ਮੈਨੀਫੈਸਟੋ ਹੋ ਸਕਦਾ ਹੈ। ਕੁਝ ਖਾਸ ਕਿਸਮ ਦੇ ਜਿਹੜੇ ਕਰਜ਼ੇ ਨੇ ਵੀ ਉਹ ਖਤਮ ਹੂੰ ਕਰਨ ਦੇ, ਜਾਂ ਖਾਸ ਕਿਸਮ ਦੇ ਕਰ ਨੇ ਜਿਹੜੇ ਉਹ ਘਟਾਉਣ ਦਾ ਮੈਨੀਫੈਸਟੋ ਹੋ ਸਕਦਾ। ਪਰ ਜਦੋਂ ਬਿਲਕੁਲ ਅਸੀਂ ਇਸ ਕਿਸਮ ਦੀ ਅਸੀਂ ਇਕਨੋਮਿਕ ਸੈਂਟਰਲਾਈਜੇਸ਼ਨ ਕਰ ਲੈਂਦੇ ਆ, ਤਾਂ ਉਦੋਂ ਹੂੰ ਅਸਲ ਦੇ ਵਿੱਚ ਇੰਨੇ ਜਿਹੜਾ ਲੋਕਤੰਤਰਿਕ ਅਧਿਕਾਰ ਨੇ ਤਾਂ ਉਹਨਾਂ ਦੇ ਹੂੰ ਉੱਤੇ ਅਸੀਂ ਪੂਰਾ ਡਾਕਾ ਮਾਰਦੇ ਹਾਂ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਵੀ ਜਦੋਂ ਰਾਜਾਂ ਕੋਲੇ ਕਿਸੇ ਵੀ ਕਰ ਨੂੰ ਤਬਦੀਲ ਹੂੰ ਕਰਨ ਦਾ ਕੋਈ ਹੱਕ ਨਹੀਂ ਹੋਊਗਾ, ਹੂੰ ਤਾਂ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਮਤਲਬ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ ਵੀ ਆਪ ਆਉਂਦੀ ਹੈ, ਅਕਾਲੀ ਆਉਂਦੇ ਨੇ ਹੂੰ ਜਾਂ ਕਿਹੜਾ ਆਉਂਦਾ, ਕਿਉਂਕਿ ਉਹ ਕੱਲ ਨਹੀਂ ਬਦਲ ਸਕਦੇ ਹੈਗੇ। ਹੂੰ ਤਾਂ ਉਹ ਉਸ ਮੈਨੀਫੈਸਟੋ ਦੇ ਉੱਤੇ ਲੜ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਕੋਲੋਂ ਉਹ ਅਧਿਕਾਰ ਨੇ ਜਿਹੜੇ ਉਹ ਖੁੱਸ ਜਾਣਗੇ। ਤਾਂ ਹਰੇਕ ਹੂੰ ਸਿਆਸੀ ਪਾਰਟੀ ਜਿਹੜੇ ਆਪਣੇ ਕਿਸੇ ਖਾਸ ਏਜੰਡੇ ਦੇ ਉੱਤੇ ਉਹ ਲੜਦੀ ਆ, ਤਾਂ ਜਦੋਂ ਅਸੀਂ ਇਸ ਟਾਈਪ ਦੀ ਸੈਂਟਰਲਾਈਜੇਸ਼ਨ ਕਰਦੇ ਆ ਤਾਂ ਉਹ ਹੂੰ ਅਧਿਕਾਰ ਉਹਨਾਂ ਦੇ ਕੋਲੋਂ ਖੁੱਸਦੇ ਨੇ, ਤੇ ਜਿਹੜੀ ਆਮ ਜਨਤਾ ਹੈ ਜਿਹੜੀ ਉਹਦੇ ਕੋਲੋਂ ਵੀ ਹੂੰ ਉਹਦਾ ਲੋਕਤੰਤਰਿਕ ਅਧਿਕਾਰ ਹੈ ਜਿਹੜਾ ਉਹ ਖੁੱਸ ਜਾਂਦਾ ਇਸ ਹਿਸਾਬ ਨਾਲ। ਤਾਂ ਹੁੰਦਾ ਹੂੰ ਕੀ ਹੈ ਕਿ ਜਿਹੜਾ ਮਤਲਬ ਜਿਹੜਾ ਫੈਡਰਲਿਜ਼ਮ ਹੈ, ਫੈਡਰਲਿਜ਼ਮ ਦੇ ਦੋ ਦੋ ਪੱਖ ਨੇ। ਵੀ ਇੱਕ ਅਸੀਂ ਕਹਿ ਸਕਦੇ ਹਾਂ ਵਿੱਤੀ ਪੱਖ ਹੈ, ਇੱਕ ਉਹਦਾ ਸਿਆਸੀ ਪੱਖ ਹੈ। ਹੂੰ ਤਾਂ ਸਿਆਸੀ ਪੱਖ ਨੂੰ ਕਮਜ਼ੋਰ ਕਰਨ ਦੇ ਲਈ ਜਿਹੜਾ ਵਿੱਤੀ ਪੱਖ ਹੈ ਉਹਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ, ਤੇ ਜੀਐਸਟੀ ਦਾ ਇਹੀ ਇੱਕ ਮੂਲ ਸਿਧਾਂਤ ਹੈ ਜਿਹੜਾ ਉਹ ਕੰਮ ਕਰ ਰਿਹਾ। ਜਾਣੀ ਕਿ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੀਐਸਟੀ ਹਾਲ ਦੀ ਘੜੀ ਤਾਂ ਲੋਕਾਂ ਦੇ ਹੱਕ 'ਚ ਭੁਗਤਦਾ ਨਹੀਂ ਜਾਪਦਾ, ਤੇ ਨਹੀਂ, ਆਮ ਲੋਕਾਂ ਲਈ ਇਹਦੇ ਮਾਇਨੇ ਤੁਸੀਂ ਜਿਸ ਤਰ੍ਹਾਂ ਕਾਫੀ ਕੁਝ ਤਾਂ ਦੱਸ ਹੀ ਚੁੱਕੇ ਹੋ, ਤੇ ਇਹਦੇ ਹੂੰ ਹੋਰ ਹੂੰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਕਿਹੋ ਜਿਹਾ ਰੂਪ ਅਖਤਿਆਰ ਕਰ ਲੈਣਗੀਆਂ ਇਹ ਗੱਲਾਂ? ਇੱਕ ਜਿਹੜੀ ਆਪਾਂ ਹੁਣੇ ਗੱਲ ਵਿੱਚ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਵੀ ਰਾਜ ਨੇ ਜਿਹੜੇ ਉਹ ਆਪਣੇ ਕਿਵੇਂ ਕਰ ਨੇ ਜਿਹੜੇ ਉਹਨਾਂ ਨੂੰ ਮਤਲਬ ਆਪਾਂ ਇਹ ਕਹੀਏ ਵੀ ਇਹਨਾਂ ਖਰਚਿਆਂ ਨੂੰ ਕਿਵੇਂ ਪੂਰਾ ਕਰਨਗੇ। ਹੁਣ ਹੂੰ ਇਹ ਹੈ ਕਿ ਜਿਹੜਾ ਆਪਣੇ ਰਾਜ ਦਾ ਜਿਹੜਾ ਆਪਣਾ ਆਪਾਂ ਇਹ ਕਹੀਏ ਵੀ ਉਹਦਾ ਆਪਣੇ ਰੈਵਨਿਊ ਦਾ ਹਿੱਸਾ ਏ, ਤਾਂ ਉਹ ਹੂੰ 52% ਉਹ ਆਪਣੇ ਸਾਧਨਾਂ ਤੋਂ ਜਨਰੇਟ ਕਰਦਾ। ਤੇ ਆਪਣੇ ਜਿਹੜੇ ਹੂੰ ਮਤਲਬ 47% ਨੇ, ਉਹਨਾਂ 47% ਦੇ ਵਿੱਚ ਗ੍ਰਾਂਟ ਵੀ ਆਉਂਦੀ ਹੈ। ਉਹਨਾਂ ਦੇ ਵਿੱਚੋਂ ਜਿਹੜਾ ਹੂੰ ਵਿੱਤ ਕਮਿਸ਼ਨ ਹੈ ਉਹਦੇ ਰਾਹੀਂ ਵੰਡੀ ਹੋਈ ਚੀਜ਼ ਵੀ ਜਿਹੜੀ ਉਹਦੇ ਵਿੱਚ ਆਉਂਦੀ ਹੈ। ਜਿਹੜਾ ਹੂੰ ਉਹ 52% ਹੈ, ਉਸ 52% ਦੇ ਵਿੱਚੋਂ ਅੱਗੋਂ 85% ਜਿਹੜਾ ਮਤਲਬ ਹਿੱਸਾ ਏ ਉਹ ਫੇਰ ਅੱਗੋਂ ਮਤਲਬ ਉਹਨਾਂ ਕਰਾਂ ਦਾ ਏ ਜਿਨ੍ਹਾਂ ਨੂੰ ਜੀਐਸਟੀ ਕੌਂਸਲ ਨਿਰਧਾਰਿਤ ਕਰੂਗੀ। ਹੂੰ ਠੀਕ ਹੈ। ਤਾਂ ਉਹਦਾ ਹੂੰ ਮਤਲਬ ਵੀ ਇਹਦਾ ਮਤਲਬ 85 ਸਰਕਾਰ ਦੇ ਜਿਹੜੇ ਮਤਲਬ ਕਿਸੇ ਵੀ ਰਾਜ ਸਰਕਾਰ, ਚਾਹੇ ਜਿਹੜੀ ਮਰਜ਼ੀ ਰਾਜ ਸਰਕਾਰ ਹੋਵੇ, ਤਾਂ ਰਾਜ ਸਰਕਾਰ ਹੂੰ ਆਪਣੇ ਜਿਹੜੇ ਮਤਲਬ ਆਮਦਨ ਦੇ ਜਿਹੜੇ 85% ਸਾਧਨਾਂ ਦੇ ਉੱਤੇ ਬਾਰੇ ਫੈਸਲਾ ਹੀ ਨਹੀਂ ਕਰ ਸਕਦੀ ਹੈਗੀ ਕਿ ਵੀ ਅਸੀਂ ਮਤਲਬ ਆਪਣੇ ਜਿਹੜੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਕਿੱਥੋਂ ਜਿਹੜੇ ਸਾਧਨ ਅਸੀਂ ਜਨਰੇਟ ਕਰੀਏ। ਹੁਣ ਇਹ ਹੂੰ ਕਿ ਵੀ ਹੂੰ ਜਦੋਂ ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਵੀ ਜਦੋਂ ਮੈਂ ਇਕਨੋਮਿਕਸ ਪੜ੍ਹਨੀ ਸ਼ੁਰੂ ਕੀਤੀ ਸਕੂਲ ਦੇ ਵਿੱਚ, ਤਾਂ ਸਾਡਾ ਇੱਕ ਜੀ ਅਧਿਆਪਕ ਸੀਗੇ, ਤੇ ਉਹਨਾਂ ਨੇ ਸਾਨੂੰ ਜਦੋਂ ਲੈਸਨ ਦਿੱਤਾ ਤਾਂ ਉਹ ਕਹਿੰਦੇ ਕਿ ਵੀ ਮਤਲਬ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦਾ ਬੜਾ ਵਧੀਆ ਤਰੀਕਾ ਸੀ ਪੜ੍ਹਾਉਣ ਦਾ। ਤਾਂ ਉਹ ਕਹਿੰਦੇ ਵੀ ਜਨਤਕ ਜਿਹੜਾ ਵਿੱਤ ਹੁੰਦਾ ਤੇ ਜਿਹੜਾ ਮਤਲਬ ਨਿੱਜੀ ਵਿੱਤ ਹੁੰਦਾ ਵੀ ਉਹਦੇ ਵਿੱਚ ਕੀ ਫਰਕ ਹੈ। ਤਾਂ ਹੂੰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵੀ ਮਤਲਬ ਪ੍ਰਾਈਵੇਟ ਫਾਈਨਾਂਸ ਤੇ ਪਬਲਿਕ ਫਾਈਨਾਂਸ ਜਿਹਨੂੰ ਅਸੀਂ ਕਹਿੰਦੇ ਹਾਂ, ਹੂੰ ਉਹਦਾ ਇਹ ਕਹਿਣਾ ਸੀਗਾ, ਹੂੰ ਕਹਿੰਦੇ ਵੀ ਦੇਖੋ ਬੱਚੋ, ਵੀ ਜਦੋਂ ਆਪਾਂ ਮਤਲਬ ਨਿੱਜੀ ਵਿੱਤ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਵੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਹੂੰ ਵੀ ਅਸੀਂ ਆਪਣਾ ਖਰਚਾ ਹੈ ਜਿਹੜਾ ਅਸੀਂ ਓਨਾ ਵਧਾਈਏ ਜਿੰਨੀ ਕੁ ਸਾਡੇ ਕੋਲੇ ਹੂੰ ਕਪੈਸਿਟੀ ਹੈ। ਹੂੰ ਤੇ ਹੂੰ ਤੇ ਕਹਿੰਦੇ ਆ ਮਤਲਬ ਜਨਤਕ ਵਿੱਤ ਹੁੰਦਾ ਏ ਉਹ ਹੂੰ ਲੋਕਾਂ ਦੇ ਪੈਰ ਦੇਖ ਕੇ ਚਾਦਰ ਕੱਟਦਾ।
ਹੂੰ ਵੀ ਲੋਕ ਨੇ ਜਿਹੜੇ ਵੀ ਉਹਨਾਂ ਦੇ ਕੀ ਖਰਚੇ ਹੈ, ਉਹਨਾਂ ਦੀਆਂ ਕੀ ਲੋੜਾਂ ਹੂੰ ਨੇ, ਉਹਦੇ ਹਿਸਾਬ ਨਾਲ ਉਹ ਹੂੰ ਸਾਧਨ ਜਨਰੇਟ ਕਰਦਾ। ਜਿਹੜਾ ਹੂੰ ਹੂੰ ਜੀਐਸਟੀ ਹੈ, ਉਹ ਮੈਨੂੰ ਐ ਹੂੰ ਲੱਗਦਾ ਹੈ ਕਿ ਵੀ ਸਾਨੂੰ ਛੋਟਾ ਜਿਹਾ ਰੁਮਾਲ ਦੇਤਾ ਰਾਜਾਂ ਨੂੰ, ਖਾਸ ਕਰਕੇ, ਤੇ ਹੂੰ ਸਾਨੂੰ ਹੁਣ ਇਹ ਕਹਿਤਾ ਵੀ ਤੁਸੀਂ ਇਹਦੇ ਵਿੱਚ ਹੀ ਆਪਦੇ ਆਪ ਨੂੰ ਸਮੇਟ ਲਓ, ਜੇ ਨਹੀਂ ਸਮਟੇ ਜਾਂਦੇ ਹੈਗੇ ਤਾਂ ਜਿਹੜਾ ਬਾਕੀ ਅੰਗ ਨੇ ਉਹ ਕੱਟ ਦਿਓ, ਹੂੰ ਵੀ ਬਹੁਤ ਤੁਸੀਂ ਖਤਰਨਾਕ ਹੈ ਆਪਣੀਆਂ ਇਹ। ਲੱਤਾਂ ਕੱਟ ਲਓ, ਹੂੰ ਹੈਨਾ, ਤੁਸੀਂ ਆਪਣੀਆਂ ਲੱਤਾਂ ਹੂੰ ਕੱਟੋ ਆਪਣੀਆਂ ਦੇ ਵਿੱਚ। ਤਾਂ ਹੁਣ ਉਹ ਲੱਤਾਂ ਹੂੰ ਕਿਹੜੀਆਂ ਕੱਟੀਆਂ ਜਾਂਦੀਆਂ ਨੇ, ਤੁਹਾਡੇ ਕੋਲੇ ਸਾਧਨ ਹੈ ਨਹੀਂਗੇ, ਮੰਨ ਲਓ ਤੁਸੀਂ, ਹੂੰ ਤੁਹਾਨੂੰ ਇੱਕ ਤਾਂ ਕਹਿੰਦੇ ਬੋਰੋ ਕਰੋ, ਵੀ ਜੇ ਅਸੀਂ ਬੋਰੋ ਕਰਾਂਗੇ, ਜੇ ਅਸੀਂ ਸਰਕਾਰ ਜੋ ਤੋਂ ਕਰਜ਼ਾ ਲਵਾਂਗੇ, ਤਾਂ ਉਹਦੀਆਂ ਗੱਲਾਂ ਆਪਾਂ ਥੋੜਾ ਜਿਹਾ ਰੁਕ ਕੇ ਕਰਦੇ ਹਾਂ, ਪਰ ਹਜੇ ਸਿਰਫ ਹੂੰ ਇਸੇ ਦਲੀਲ ਦੇ ਉੱਤੇ ਵੀ ਜੇ ਆਪਾਂ ਕਰਜ਼ਾ ਹੂੰ ਹੂੰ ਲਵਾਂਗੇ, ਉਹ ਕਰਜ਼ਾ ਕਿਸੇ ਨਾਲ ਤਾਂ ਮੋੜਨਾ ਪਊਗਾ, ਉਹ ਸਾਡੇ ਉੱਤੇ ਖੜਾ ਹੈ ਨਾ ਕਰਜ਼ਾ, ਬਿਲਕੁਲ। ਠੀਕ ਤੇ ਹੈ, ਉਹਦਾ ਵਿਆਜ ਵੀ ਤੇ ਚੜੇਗਾ ਕੋਈ ਨਾ ਕੋਈ। ਉਹਦਾ ਵਿਆਜ ਵੀ ਚੜੂਗਾ ਕੋਈ ਨਾ ਕੋਈ। ਤਾਂ ਉਹ ਹੂੰ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ, ਅਸੀਂ ਸਾਧਨ ਤਾਂ ਹਾਸਲ ਨਹੀਂ ਕਰ ਸਕਦੇ, ਮਤਲਬ ਚਾਦਰ ਤਾਂ ਅਸੀਂ ਵੱਡੀ ਕਰ ਨਹੀਂ ਸਕਦੇ ਹੈਗੇ, ਤਾਂ ਹੂੰ ਸਾਨੂੰ ਕੀ ਕਰਨਾ ਪਊਗਾ ਕਿ ਵੀ ਅਸੀਂ ਆਪਣੇ ਖਰਚੇ ਘਟਾਉਣੇ ਪੈਣਗੇ, ਸਾਨੂੰ ਆਪਣੇ ਉਹਨਾਂ ਕਰਜ਼ਿਆਂ ਨੂੰ ਲਾਉਣ ਵਾਸਤੇ। ਹੁਣ ਉਹ ਖਰਚੇ ਕਿਹੜੇ ਘਟਣਗੇ? ਸਿਹਤ ਦਾ ਖਰਚਾ ਘਟੂਗਾ ਆਮ ਹੂੰ ਲੋਕਾਂ ਵਾਸਤੇ, ਹੈਨਾ, ਬਿਲਕੁਲ। ਵਿੱਦਿਆ ਦਾ ਖਰਚਾ ਘਟੂਗਾ, ਸਾਡੇ ਜਿਹੜੇ ਟਰਾਂਸਪੋਰਟੇਸ਼ਨ ਦਾ ਖਰਚਾ ਹੈ ਉਹ ਘਟੂਗਾ, ਤੇ ਸਾਨੂੰ ਇਹ ਹਾਲਾਤ ਦਿਖ ਰਹੇ ਨੇ, ਸਾਨੂੰ ਸ਼ਰੇਆਮ ਇਹ ਹਾਲਾਤ ਦਿਖ ਰਹੇ ਆ। ਜੇ ਅਸੀਂ ਹੁਣ ਦਾ ਵੀ ਦੇਖੀਏ ਤਾਂ ਇਸ ਟਾਈਮ ਸਰਕਾਰ ਦਾ ਜਿਹੜਾ ਕਮਿਟਡ ਐਕਸਪੈਂਡੀਚਰ ਆ ਉਹ ਬਹੁਤ ਜ਼ਿਆਦਾ ਹੈ, ਵੀ ਕਮਿਟਡ ਐਕਸਪੈਂਡੀਚਰ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਜਿਹਦੇ ਵਿੱਚ ਕਿ ਪੈਨਸ਼ਨ ਦਾ ਖਰਚਾ ਹੋ ਗਿਆ, ਉਹਦਾ ਮਤਲਬ ਹੂੰ ਤਨਖਾਹਾਂ ਦਾ ਖਰਚਾ ਹੋ ਗਿਆ, ਉਹ ਕਾਫੀ ਵੱਡਾ ਹੈ। ਤੇ ਹੂੰ ਸਾਨੂੰ ਜਿਹੜਾ ਹੈਗਾ, ਜਿਵੇਂ ਤੁਹਾਨੂੰ ਮੈਂ ਕਿਹਾ ਵੀ ਜੇ ਆਪਾਂ 5% ਦੀ 5% ਕਰਜ਼ਾ ਵੀ ਚੱਕ ਲਈਏ, ਤਾਂ ਮਤਲਬ ਆਪਾਂ 30,000 ਕਰੋੜ ਆ ਜਿਹੜਾ ਉਹ ਆਪਾਂ ਲੈ ਸਕਦੇ ਹਾਂ। ਠੀਕ। ਹਾਂ ਹਾਂ ਪੰਜਾਬ ਦੀ ਸਰਕਾਰ ਇਸ ਗੱਲ ਦਾ ਅੰਦਾਜ਼ਾ ਲਗਾਉਂਦੀ ਹੈ ਕਿ ਇਕੱਲੇ ਕੋਵਿਡ-19 ਕਰਕੇ ਸਾਡਾ ਜਿਹੜਾ ਰੈਵਨਿਊ ਦਾ ਲਾਸ ਹੋਇਆ ਹੈ ਉਹ 22,000 ਤੋਂ ਲੈ ਕੇ 25,000 ਕਰੋੜ ਹੈ। ਹੂੰ ਤਾਂ ਹੁਣ ਜੇ ਸਾਨੂੰ ਇਹ ਮਿਲਿਆ ਹੀ 30,000, ਹੂੰ ਤਾਂ ਅਸੀਂ ਕਿੰਨਾ ਕੁ, ਅਸੀਂ ਜਿਹੜਾ ਹੈਗਾ ਕੋਵਿਡ-19 ਦੇ ਵਾਸਤੇ, ਜਾਂ ਕਹਿ ਲਓ ਕਿ ਸਾਡੀ ਡਿਜ਼ਾਸਟਰ ਮੈਨੇਜਮੈਂਟ ਕਰਕੇ, ਜਾਂ ਲੋਕਾਂ ਨੂੰ ਸਿਹਤ ਜਿਹੜੀ ਹੈਗੀ ਆ ਉਹਦੀਆਂ ਸਹੂਲਤਾਂ ਹੂੰ ਦੇਣ ਹੂੰ ਵਾਸਤੇ ਅਸੀਂ ਕਿੰਨਾ ਜਿਹੜਾ ਹੈਗਾ ਖਰਚ ਕਰ ਲਾਂਗੇ, ਤਾਂ ਉਹ ਅਲਟੀਮੇਟਲੀ ਜਿਹੜੀ ਗਾਜ ਹੈ ਉਹ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਨਤਕ ਸਹੂਲਤਾਂ ਦੇ ਉੱਤੇ ਹੀ ਗਿਰਨੀ ਹੈ। ਯਾਨੀ ਕਿ ਪ੍ਰਾਈਵੇਟਾਈਜੇਸ਼ਨ ਹੋਰ ਵਧਣੀ ਹੈ, ਜਿਸ ਤਰ੍ਹਾਂ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਹੋਰਾਂ ਨੇ, ਜਿਹੜੀ ਇਹ ਕੇਂਦਰ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਦੀ ਮੀਟਿੰਗ ਵਿੱਚ ਇਹ ਕੈਪਟਨ ਅਮਰਿੰਦਰ ਹੋਰਾਂ ਨੇ ਇਹ ਖਰਚਾ ਦੱਸਿਆ ਕਿ 25,000 ਕਰੋੜ ਤੱਕ ਦਾ ਘਾਟਾ ਪੰਜਾਬ ਨੂੰ ਹੋਣ ਵਾਲਾ ਹੈ, ਵਿੱਤੀ ਘਾਟਾ ਜਿਹੜਾ ਫਿਸਕਲ ਜਿਹੜਾ ਡੈਫੀਸਿਟ ਹੈ। ਤੇ ਜੇ ਹਾਲਾਤ ਇਹੋ ਜਿਹੇ ਨੇ ਤਾਂ ਹੋਰ ਰਾਜਾਂ ਦੇ ਆਪਣੇ ਮਸਲੇ ਹੋਣਗੇ ਇਸ ਤਰ੍ਹਾਂ ਦੇ ਹੀ, ਤੇ ਫਿਰ ਤੇ ਹਾਲਾਤ ਉਹੀ ਜੋ ਤੁਸੀਂ ਡਾਕਟਰ ਅਨੂਪਮਾ ਕਹਿ ਰਹੇ ਹੋ ਕਿ ਆਮ ਲੋਕਾਂ ਤੇ ਹੀ ਇਹ ਸਾਰਾ ਕੁਛ, ਸਾਰਾ ਗੁਣਾ ਲੋਕਾਂ ਤੇ ਡਿੱਗੇਗਾ, ਤੇ ਲੋਕ ਹੁਣ ਉਹ ਕੁਝ ਵੀ ਨਹੀਂ ਕਰ ਸਕਦੇ। ਇੱਥੇ ਤੁਸੀਂ ਕੀ ਸੁਝਾਉਂਦੇ ਹੋ? ਕਿਉਂਕਿ ਇੱਕ ਡੈਮੋ ਕਹਿਣ ਨੂੰ ਸਾਡੇ ਕੋਲ ਡੈਮੋਕ੍ਰੈਟਿਕ ਸੈਟਅਪ ਹੈ, ਪਰ ਜੋ ਸਿਆਸੀ ਧਿਰਾਂ ਨੇ, ਜੋ ਪਾਰਲੀਮੈਂਟ ਵਿੱਚ ਬਹਿ ਕੇ ਫੈਸਲੇ ਹੋ ਗਏ ਨੇ, ਉਹ ਤੇ ਹੋ ਗਏ ਨੇ ਨਾ, ਉਹ ਤਾਂ ਇੱਕ ਕਾਨੂੰਨ ਬਣ ਗਏ ਨੇ, ਤੇ ਹੁਣ ਆਮ ਲੋਕਾਂ ਦਾ ਤਾਂ ਕਿਤੇ ਹੱਥ ਨਹੀਂ ਪੈਂਦਾ, ਉਹ ਕੀ ਕਰ ਸਕਦੇ ਨੇ? ਇਹੀ ਤਾਂ ਹੈਗਾ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਵੀ ਇਕੱਲੀ ਵੀ ਆਰਥਿਕ ਸੱਤਾ ਦੀ ਕੇਂਦਰੀਕਰਨ ਨਹੀਂ ਹੋ ਰਿਹਾ, ਇਹ ਰਾਜਨੀਤਿਕ ਹੂੰ ਸੱਤਾ ਦਾ ਕੇਂਦਰੀਕਰਨ ਨਾਲ ਹੋ ਰਿਹਾ, ਜਿਹੜਾ ਹੂੰ ਕਿ ਆਰਥਿਕ ਸੱਤਾ ਦੇ ਕੇਂਦਰੀਕਰਨ ਦੇ ਵਾਸਤੇ ਹੋ ਰਿਹਾ ਅਸਲ ਵਿੱਚ, ਹੂੰ 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 ਠੀਕ ਹੈ ਨਾ। ਮਤਲਬ ਜੇ ਆਪਾਂ ਇਹ ਸੱਚੀ ਮੁੱਚੀ ਅਸੀਂ ਆਪਣੇ ਇਸ ਵਿੱਤੀ ਢਾਂਚੇ ਨੂੰ, ਆਪਣੇ ਜਿਹੜਾ ਸੰਘੀ ਢਾਂਚਾ ਹੈ, ਅਸੀਂ ਉਹਨੂੰ ਅਸੀਂ ਰੀਸਟੋਰ ਕਰਨਾ ਚਾਹੁੰਦੇ ਹਾਂ, ਤਾਂ ਜੀਐਸਟੀ ਦੇ ਵਿੱਚੋਂ ਨਿਕਲਣਾ ਚਾਹੀਦਾ। ਜੀਐਸਟੀ ਇਹਦਾ ਹੱਲ ਨਹੀਂ ਹੈਗਾ। ਚਲੋ ਜਦੋਂ ਆਪਾਂ ਇਹ ਕਹਿੰਦੇ ਅੱਛਾ। ਵੀ ਚਲੋ ਉਹ ਦੂਰ ਦੀ ਗੱਲ ਹੈ, ਉਹ ਦੂਰ ਦੀ ਗੱਲ ਹੈ ਵੀ ਚਲੋ ਹੂੰ ਜੀਐਸਟੀ ਨੂੰ ਅਸੀਂ ਮਤਲਬ ਕਿਉਂਕਿ ਆਪਣਾ ਦੇਸ਼ ਦਾ ਇਤਿਹਾਸ ਰਿਹਾ ਹੈ ਕਿ ਜਿਹੜੇ ਇਹ ਜਿਹੇ ਕਾਨੂੰਨ ਪਾਸ ਹੋ ਗਏ ਉਹ ਬਹੁਤੀ ਵਾਰੀ ਮਤਲਬ ਪਛਾਣ ਨੂੰ ਨਹੀਂ ਮੁੜਦੇ ਹੈਗੇ। ਤਾਂ ਹੂੰ ਹੂੰ ਘੱਟੋ ਘੱਟ ਹਾਲ ਦੀ ਘੜੀ ਜਿਹੜਾ ਕੇਂਦਰ ਹੈ ਉਹਨੂੰ ਇਸ ਹੂੰ ਕੰਪਨਸੇਸ਼ਨ ਤੋਂ ਮੁੱਕਰਨਾ ਨਹੀਂ ਸੀ ਚਾਹੀਦਾ। ਤਾਂ ਹੂੰ ਸਰਕਾਰ ਉਹਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ, ਕਿਉਂਕਿ ਹੂੰ ਜਿਹੜਾ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਦੇ ਕੋਲੇ ਜ਼ਿਆਦਾ ਵੱਡੇ ਸਾਧਨ ਨੇ ਰਾਜ ਸਰਕਾਰਾਂ ਨਾਲੋਂ, ਆਪਣੇ ਹੋਰ ਸਾਧਨ ਜਨਰੇਟ ਕਰਨ ਦੇ, ਜਿਹਨੂੰ ਕਿ ਅਸੀਂ ਕਹਿ ਦਿੰਦੇ ਹਾਂ ਕਿ ਵੀ ਉਹਨਾਂ ਕੋਲੇ ਅਜਿਹੇ ਸਾਧਨ ਨੇ, ਜਿਵੇਂ ਮੰਨ ਲਓ ਇਨਕਮ ਟੈਕਸ ਹੋ ਗਿਆ, ਜਾਂ ਮਤਲਬ ਜਿਹੜਾ ਹੈਗਾ ਕਾਰਪੋਰੇਟ ਟੈਕਸ ਹੋ ਗਿਆ, ਇਹ ਸਾਰੇ ਕੇਂਦਰ ਸਰਕਾਰ ਦੇ ਖਾਤੇ ਦੇ ਵਿੱਚ ਆਉਂਦੇ ਨੇ। ਤਾਂ ਇਹ ਇਹੋ ਬਿਲਕੁਲ। ਜਿਹੇ ਕਰ ਨੇ ਜਿਹੜੇ ਕਿ ਇਕੋਨਮੀ ਦੇ ਵਿੱਚ ਸੁਧਾਰ ਦੇ ਨਾਲ ਉਹ ਹੋਰ ਸੁਧਰਦੇ ਆ। ਪਰ ਹੂੰ ਹੂੰ ਜਿਹੜੇ ਰਾਜਾਂ ਦੇ ਜਿਹੜੇ ਟੈਕਸ ਨੇ, ਵੀ ਇਹ ਬਹੁਤ ਮਤਲਬ ਸਮਝਣ ਦੀ ਗੱਲ ਹੈ, ਵੀ ਬੜਾ ਰੌਲਾ ਪੈਂਦਾ ਰਿਹਾ ਕਿ ਵੀ ਸ਼ਰਾਬੀ ਠੇਕੇ ਖੋਲਤੇ, ਜਾਂ ਆਹ ਕਰਤਾ ਉਹ ਕਰਤਾ। ਜੇ ਮੈਂ ਉਹਨੂੰ ਇੱਕ ਅਰਥ ਵਿਗਿਆਨੀ ਦੇ ਤੌਰ ਦੇ ਨਜ਼ਰੀਏ ਨਾਲ ਦੇਖਾਂ, ਤਾਂ ਉਹ ਅਸਲ ਦੇ ਵਿੱਚ ਸਰਕਾਰ ਕੋਲੇ ਕੋਈ ਚਾਰਾ ਨਹੀਂ ਸੀ ਬਚਿਆ, ਕਿਉਂਕਿ ਰਾਜ ਹੂੰ ਸਰਕਾਰਾਂ ਦੇ ਕੋਲੇ ਜਿਹੜੇ ਆਮਦਨ ਦੇ ਸਾਧਨ ਨੇ ਉਹ ਕੀ ਹੈ, ਵੀ ਆਪਣੇ ਇਹ ਸ਼ਰਾਬ ਵਾਲਾ, ਅਲਕੋਹਲ ਦਾ, ਹੂੰ ਹੂੰ ਉਹਨਾਂ ਕੋਲੇ ਪੈਟਰੋਲੀਅਮ ਟੈਕਸ ਹੈ, ਉਹਨਾਂ ਕੋਲੇ ਹੂੰ ਪ੍ਰਾਪਰਟੀ ਟੈਕਸ ਹੈ,
ਠੀਕ ਹੈ, ਹੂੰ ਤੇ ਮਤਲਬ ਆਹ ਮਾਈਨਿੰਗ ਵਾਲਾ ਜਿਹੜਾ ਹੈਗਾ ਇਹ ਹੈਗਾ। ਹੁਣ ਜੇ ਆਪਾਂ ਹੂੰ ਪੰਜਾਬ ਦੇ ਕੰਟੈਕਸਟ 'ਚ ਦੇਖੀਏ ਤਾਂ ਸ਼ਰਾਬ ਦਾ ਜਾਂ ਤੰਬਾਕੂ ਦਾ, ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਦੋਨੇ ਚੀਜ਼ਾਂ ਹੂੰ ਇਹੋ ਜਿਹੀਆਂ ਨੇ ਜਿਹਦੇ ਵਿੱਚ ਕਿ ਮਤਲਬ ਅਸੀਂ ਕਹਿੰਦੇ ਹਾਂ ਕਿ ਲੋਕਾਂ ਦੀਆਂ ਆਦਤਾਂ ਹੁੰਦੀਆਂ ਤੇ ਲੋਕਾਂ ਨੇ ਆਪਣੀਆਂ ਆਦਤਾਂ ਦੇ ਮੁਤਾਬਕ ਇੱਕ ਖਾਸ ਪੱਧਰ ਦੀ ਕੰਜ਼ੰਪਸ਼ਨ ਕਰਨੀ ਹੁੰਦੀ ਹੈ, ਤੇ ਕੋਈ ਵੀ ਜਿਹੜੀ ਵੈਲਫੇਅਰ ਸਰਕਾਰ ਹੈ ਉਹ ਉਹਨਾਂ ਨੂੰ ਇਹਦੇ ਵਾਸਤੇ ਐਨਕਰੇਜ ਨਹੀਂ ਕਰ ਸਕਦੀ। ਅਸੀਂ ਹੂੰ ਇਹ ਤਾਂ ਕਹਿ ਸਕਦੇ ਹਾਂ ਕਿ ਵੀ ਪਾਪਾ ਹੂੰ ਜੀ ਨਾ ਪੀਓ ਸ਼ਰਾਬ, ਸਾਨੂੰ ਲੈ ਦਿਓ ਇੱਕ ਹਾਂ, ਕਿਤਾਬ। ਮੈਨੂੰ ਲੈ ਦਿਓ ਇੱਕ ਠੀਕ ਹੈ, ਕਿਤਾਬ, ਹਾਂਜੀ। ਹਾਂ, ਹੂੰ ਠੀਕ ਹੈ। ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਪਾਪਾ ਜੀ ਪੀਓ ਸ਼ਰਾਬ, ਤੇ ਨਹੀਂ ਕਹਿੰਦੇ ਆ ਵੀ ਤਾਂ ਕਿ ਰਾਜ ਦਾ ਹੋਵੇ ਠੀਕ ਹਿਸਾਬ ਕਿਤਾਬ। ਹਾਂ, ਜਾਂ ਆਏਗੀ ਮੇਰੀ ਕਿਤਾਬ, ਕੁਛ ਕਹਿੰਦੇ ਨੇ ਜਿਹੜਾ ਆਬਕਾਰੀ ਵਿੱਚੋਂ ਜਿਹੜਾ ਸ਼ਰਾਬ ਤੇ ਕੁਛ ਟੈਕਸ ਆ ਉਹ ਸਿੱਖਿਆ ਸੈਕਟਰ ਨੂੰ ਜਾਂਦਾ ਹੈ। ਇਹ ਅਜੀਬ ਕਿਸਮ ਹਾਂ ਦੇ ਇਹ ਜਿਹੜੇ ਗੱਠਜੋੜ ਬਣਾਏ ਹੋਏ ਨੇ, ਇੰਟਰਡਿਪੈਂਡੈਂਸ ਬਣਾਈ ਹੋਈ ਹੈ, ਇਹ ਕਦੇ ਕਦੇ ਤਾਂ ਬੜੀ ਹਾਸੋਹੀਣੀ ਲੱਗਦੀ ਹੈ। ਤੇ ਹੁਣ ਜਿਸ ਹਾਂ ਤਰ੍ਹਾਂ ਹਾਂ ਮਖੌਲ ਉੜਦਾ ਰਿਹਾ ਕਿ ਸ਼ਰਾਬ ਤੋਂ ਹੀ ਸਟੇਟ ਨੂੰ ਕਾਫੀ ਆਮਦਨ ਹੋਈ, ਤੇ ਇਹ ਟਰੋਲ ਹੁੰਦੇ ਰਹੇ, ਇਹ ਸੋਸ਼ਲ ਮੀਡੀਆ ਤੇ ਬੜਾ ਹਾਸਾ ਮਚਦਾ ਰਿਹਾ ਕਿ ਸ਼ਰਾਬੀਆਂ ਨੇ ਦੇਸ਼ ਦੀ, ਮੁਲਕ ਦੀ ਆਰਥਿਕਤਾ ਬਚਾਈ ਹੈ। ਤੇ ਸਹੀ ਤੁਸੀਂ ਹੋਈ ਹੈ, ਹਾਂ। ਜਾਂਦੇ ਜਾਂਦੇ ਅਨੁਪਮਾ ਜੀ ਕੁਝ ਹੋਰ ਸਾਨੂੰ ਕੀ ਦੱਸਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ? ਮੈਂ ਇਹੀ ਥੋੜੇ ਮੁੱਦੇ ਨੂੰ ਮੈਂ ਥੋੜ੍ਹਾ ਹੋਰ ਇਹ ਕਹਾਂ ਕਿ ਵੀ ਸ਼ਰਾਬ ਵਾਲਾ ਤੇ ਤੰਬਾਕੂ ਵਾਲਾ ਕਰ ਬਹੁਤਾ ਵਧਾਇਆ ਨਹੀਂ ਜਾ ਸਕਦਾ। ਪੈਟਰੋਲੀਅਮ ਹੂੰ ਪ੍ਰੋਡਕਟ ਦੇ ਉੱਤੇ ਜੇ ਰਾਜ ਸਰਕਾਰ ਆਪਣਾ ਕਰ ਦਾ ਰੇਟ ਵਧਾਉਂਦੀ ਹੈ, ਤਾਂ ਉਹਦੇ ਨਾਲ ਹੂੰ ਪੈਟਰੋਲੀਅਮ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹੜੀ ਕਿ ਜਿਹਦਾ ਜਿਹੜਾ ਖਰਚਾ ਹੈ ਉਹ ਹਰੇਕ ਵਸਤੂ ਦੇ ਖਰਚੇ ਵਿੱਚ ਸ਼ਾਮਲ ਹੋ ਜਾਂਦਾ, ਕਿਉਂਕਿ ਉਹ ਟਰਾਂਸਪੋਰਟੇਸ਼ਨ ਹੈ। ਹੂੰ ਤਾਂ ਹੂੰ ਮਤਲਬ ਰਾਜਾਂ ਪੈਟਰੋਲੀਅਮ ਕਰ ਵਧਾਤਾ ਤਾਂ ਸਾਰੇ ਰਾਜ ਦੇ ਵਿੱਚ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਵੱਧ ਜਾਣਗੀਆਂ। ਹੂੰ ਇੱਕ ਉਹਦੇ ਕਰਕੇ ਨਹੀਂ ਹੋ ਤੇ ਪਾ ਰਿਹਾ, ਹੈਨਾ। ਹੂੰ ਤੇ ਤੇ ਦੂਜਾ ਉਹ ਇਹ ਭਾਰ ਹੈ ਫਿਰ ਆਮ ਕਿ ਲੋਕਾਂ ਤੇ ਪੈਣਾ ਹੈ। ਉਹ ਫਿਰ ਆਮ ਲੋਕਾਂ ਦੇ ਉੱਤੇ ਪੈਣਾ ਹੈ। ਹਾਂ ਦੂਜਾ ਇੱਕ ਜੀ ਜੀ ਹੋਰ ਵੀ ਪੱਖ ਹੈ ਜਿਹਦੇ ਤੇ ਰਾਜ ਸਰਕਾਰ ਕੁਝ ਕਰ ਸਕਦੀ ਹੈ, ਉਹ ਇਹ ਹੈ ਕਿ ਵੀ ਅਲਕੋਹਲ ਤੇ ਮਾਈਨਿੰਗ ਹੈ ਜਿਹੜੀ ਸਾਡੇ ਕੋਲੇ, ਕਿਉਂਕਿ ਸਾਡੇ ਸੈਂਡ ਮਾਈਨਿੰਗ ਚੱਲਦੀ ਹੈ ਆਪਣੇ ਕੋਲੇ, ਹੋਰ ਤਾਂ ਕੋਈ ਖਣਿਜ ਹੈ ਨਹੀਂਗੇ। ਇਹ ਦੋ ਹਾਂਜੀ ਚੀਜ਼ਾਂ ਇਹੋ ਜਿਹੀਆਂ ਨੇ ਜਿਹਦੇ ਉੱਤੇ ਕਿ ਵੀ ਸਾਡਾ ਜਿਹੜਾ ਮਤਲਬ ਆਮਦਨ ਹੈ ਉਹ ਘਟੀ ਹੋਈ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਕਿਹਾ ਕਿ ਵੀ ਮਤਲਬ ਕੁਝ ਆਦਤਾਂ ਨਾਲ ਸੰਬੰਧਿਤ ਹੈ, ਇਸ ਕਰਕੇ ਆਮਦਨ ਸਟੈਬਲਾਈਜ਼ਡ ਹੈ। ਦੂਜਾ ਜੀ ਇਸ ਗੱਲ ਕਰਕੇ ਵੀ ਹੈ ਕਿਉਂਕਿ ਇਹ ਦੋਹੇ ਚੀਜ਼ਾਂ ਬਹੁਤ ਵੱਡੇ ਮਾਫੀਏ ਨਾਲ ਸੰਬੰਧਿਤ ਨੇ, ਅਲਕੋਹਲ ਵੀ ਮਾਫੀਆ ਨਾਲ ਸੰਬੰਧਿਤ। ਤੇ ਹੂੰ ਮਾਈਨਿੰਗ ਵੀ ਬਹੁਤ ਵੱਡੇ ਹੂੰ ਮਾਫੀਆ ਨਾਲ ਸੰਬੰਧਿਤ ਨੇ। ਤੇ ਉਹਦੇ ਕਰਕੇ ਵੀ ਸਾਡੇ ਮਤਲਬ ਇਹਨਾਂ ਦੋ ਖੇਤਰਾਂ ਤੋਂ ਜਿਹੜੀ ਆਮਦਨ ਆ ਉਹ ਘਟੀ ਹੋਈ ਹੈ। ਤਾਂ ਰਾਜ ਹੂੰ ਸਰਕਾਰਾਂ ਦੇ ਕੋਲ ਸੀਮਤ ਸਾਧਨ ਨੇ, ਉਹਨਾਂ ਸੀਮਤ ਸਾਧਨਾਂ ਤੋਂ ਸਹੀ ਰੈਵਨਿਊ ਜਨਰੇਟ ਕਰਨ ਵਾਸਤੇ ਘੱਟੋ ਘੱਟ ਇਸ ਮਾਫੀਏ ਦੇ ਨਾਲ ਜਿਹੜਾ ਨਜਿੱਠਣਾ ਹੈ ਜਿਹੜਾ ਉਹ ਬਹੁਤ ਹੂੰ ਜ਼ਰੂਰੀ ਹੈ, ਤਾਂ ਜੋ ਲੋਕਾਂ ਦੇ ਜਿਹੜੀਆਂ ਆਮ ਵਸਤੂਆਂ ਨੇ ਉਹਨਾਂ ਦੀਆਂ ਕੀਮਤਾਂ ਨਾ ਵਧਣ। ਹੂੰ ਤੇ ਤੇ ਅ, ਵੱਡੇ ਹਾਂਜੀ ਹਾਂਜੀ ਵੱਡੇ ਫਰੰਟ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਆਪਣੀਆਂ ਜਿਹੜੀਆਂ ਹੋਰ ਭਾਈਵਾਲ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਨਾਲ ਰਲ ਕੇ ਪਹਿਲੀ ਗੱਲ ਕਿ ਫੌਰੀ ਤੌਰ ਦੇ ਉੱਤੇ ਜੀਐਸਟੀ ਕੰਪਨਸੇਸ਼ਨ ਹਾਸਲ ਹੈ ਜਿਹੜੀ ਕਰਨ ਦੇ ਉੱਤੇ ਉਹ ਜ਼ੋਰ ਦੇਣਾ ਚਾਹੀਦਾ ਹੈ। ਬੋਰਿੰਗਸ ਆ ਹੂੰ ਜਿਹੜੀਆਂ ਉਹਨਾਂ ਤੋਂ ਬਿਲਕੁਲ ਹੀ ਆਪਣਾ ਜਿਹੜਾ ਹੈਗਾ ਪਾਸਾ ਵੱਟਣਾ ਚਾਹੀਦਾ ਹੈ। ਤੇ ਹੂੰ ਲੰਬੇ ਸਮੇਂ ਦੇ ਵਾਸਤੇ ਇਸ ਜੀਐਸਟੀ ਦੇ ਵਿੱਚ ਕੁਝ ਹੋਰ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਵੀ ਰਾਜ ਨੂੰ ਦੇ ਪੱਖੀ ਜਾਂ ਰਾਜ ਦੇ ਅਧਿਕਾਰਾਂ ਦੇ ਪੱਖੀ ਕੁਝ ਸੁਧਾਰ ਨੇ ਹੂੰ ਜਿਹੜੇ ਇਹਦੇ ਵਿੱਚ ਸ਼ਾਮਲ ਕਰਨੇ ਉਹ ਜ਼ਰੂਰੀ ਨੇ। ਜੀ ਜੀ ਡਾਕਟਰ ਅਨੂਪਮਾ ਜੀ, ਤੁਸੀਂ ਸਾਨੂੰ ਵਿਸਥਾਰ ਵਿੱਚ ਕਿ ਆਮ ਲੋਕਾਂ ਦੀ ਸਮਝ ਪੈ ਸਕਣ ਵਾਲੀਆਂ ਗੱਲਾਂ ਦੱਸੀਆਂ ਜੀਐਸਟੀ ਨੂੰ ਲੈ ਕੇ, ਰਾਜਾਂ ਤੇ ਕੇਂਦਰ ਦੇ ਸੰਬੰਧ ਵਿੱਚ, ਜਿਹੜੀ ਇਹ ਆਰਥਿਕ ਜਿਹੜਾ ਉਹ ਕਬਜ਼ਾ ਕੇਂਦਰ, ਜਿਸ ਤਰ੍ਹਾਂ ਆਪਾਂ ਆਪਾਂ ਕਹਿ ਰਹੇ ਹਾਂ ਕਿ ਆਰਥਿਕਤਾ ਤੇ ਕਬਜ਼ਾ ਕਰ ਰਿਹਾ ਹੈ ਕੇਂਦਰ, ਤੇ ਉਹ ਅਸਲ ਵਿੱਚ ਉਹ ਸਿਆਸੀ ਤੌਰ ਤੇ ਵੀ ਇਸੇ ਤਰ੍ਹਾਂ ਦਾ ਹੀ ਕਬਜ਼ਾ ਕਰ ਰਿਹਾ ਹੈ। ਤੁਸੀਂ ਬੜੇ ਵਧੀਆ ਢੰਗ ਨਾਲ ਸਾਨੂੰ ਇਹ ਸਾਰਾ ਖੁਲਾਸਾ ਕੀਤਾ ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੋਂ ਵੀ ਜਾਰੀ ਰੱਖਾਂਗੇ। ਤੇ ਅੱਜ ਲਈ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਅਸੀਂ ਹਰ ਤਰ੍ਹਾਂ ਦੀਆਂ ਖਬਰਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ, ਤੁਹਾਨੂੰ ਅਪ ਟੂ ਡੇਟ ਰੱਖਾਂਗੇ ਤੇ ਹਰ ਤਰ੍ਹਾਂ ਦੇ ਵਿਸ਼ਲੇਸ਼ਣ ਅਤੇ ਹੋਰ ਸਾਰੇ ਤਰ੍ਹਾਂ ਦੇ ਮਸਲੇ ਅਤੇ ਉਹਨਾਂ ਦੇ ਹੱਲ ਮਾਹਰਾਂ ਨੂੰ ਬੁਲਾ ਕੇ ਅਸੀਂ ਤੁਹਾਡੇ ਅੱਗੇ ਪੇਸ਼ ਕਰਦੇ ਰਵਾਂਗੇ। ਤੁਸੀਂ ਟੀਵੀ ਪੰਜਾਬ ਦੇਖੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਫੀਡ ਦਿੱਤੀ ਹੋਈ ਬੈਲ ਆਈਕਨ ਨੂੰ ਬਟਨ ਦਬਾਓ। ਸਤਿ ਸ਼੍ਰੀ ਅਕਾਲ।